ਕੁਝ ਕਿਹਾ ਤੇ ਹਨੇਰਾ ਜਰੇਗਾ ਕਿਵੇਂ, ਕੁਝ ਬੋਲਿਆ ਸ਼ਮਾਦਾਨ ਕੀ ਕਹਿਣਗੇ। ਇਸ ਨਜ਼ਮ ਨੇ ਹਰ ਪੰਜਾਬੀ ਦੀ ਜ਼ਬਾਨ 'ਤੇ ਇਹ ਸ਼ਬਦ ਜਦੋਂ ਆਏ ਤੇ ਸੁਰਜੀਤ ਪਾਤਰ ਜੀ ਦਾ ਨਾਮ ਪੂਰੇ ਵਰਲਡ ਦੇ ਵਿੱਚ ਇਸ ਤਰ੍ਹਾਂ ਘੁੰਮ ਗਿਆ ਜਿਸ ਤਰ੍ਹਾਂ ਕੋਈ ਰੌਸ਼ਨੀ ਸੱਭਿਆਚਾਰ ਸਾਹਿਤ ਦੀ ਇੱਕ ਰੌਸ਼ਨੀ। ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ। ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ ਸੂਰਜ ਚੜ੍ਹਨ ਲੈਣਗੇ। ਟੀਵੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਅਵਤਾਰ ਆਨੰਦਪੁਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅਸੀਂ ਆਪਣੇ ਪ੍ਰੋਗਰਾਮ ਰੂਬਰੂ ਦੇ ਜ਼ਰੀਏ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਮਾਣਮੱਤੀ ਸ਼ਖਸੀਅਤ ਦੇ ਨਾਲ ਮਿਲਾਉਂਦੇ ਹਾਂ। ਅੱਜ ਅਸੀਂ ਤੁਹਾਨੂੰ ਉਸ ਮਾਣਮੱਤੀ ਸ਼ਖਸੀਅਤ ਦੇ ਨਾਲ ਮਿਲਾ ਰਹੇ ਹਾਂ ਜਿਸ ਸ਼ਖਸੀਅਤ ਦੇ ਉੱਤੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਪੂਰੀ ਤਰ੍ਹਾਂ ਮਾਣ ਕਰਦੀ ਹੈ, ਜਿਨ੍ਹਾਂ ਦੀ ਲਿਖਤ, ਜਿਨ੍ਹਾਂ ਦੀਆਂ ਕਵਿਤਾਵਾਂ, ਜਿਨ੍ਹਾਂ ਦੀ ਸ਼ਾਇਰੀ, ਉਹ ਸ਼ਾਇਰੀ ਜਿਨ੍ਹਾਂ ਨੇ ਲਿਖਿਆ ਸੀ, ਮੈਂ ਰਾਹਾਂ 'ਤੇ ਨਹੀਂ ਤੁਰਦਾ, ਜਿੱਥੋਂ ਤੁਰਦਾ ਹਾਂ ਰਾਹ ਬਣ ਜਾਂਦੇ ਨੇ। ਸੋ ਮੇਰੀ ਮੁਰਾਦ ਹੈ ਸੁਰਜੀਤ ਪਾਤਰ ਜੀ। ਪਾਤਰ ਸਾਹਿਬ, ਤੁਹਾਡਾ ਸਾਡੇ ਪ੍ਰੋਗਰਾਮ 'ਚ ਪਹੁੰਚਣ 'ਤੇ ਬਹੁਤ ਬਹੁਤ ਸ਼ੁਕਰੀਆ। ਜਗ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਔਰ ਸਤਿਕਾਰ। ਪਾਤਰ ਸਾਹਿਬ, ਪੰਜਾਬ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਮਾਣ ਕਰਦੇ ਨੇ। ਮੈਂ ਇਹ ਜਾਣਨਾ ਚਾਹਾਂਗਾ, ਸਰੋਤਿਆਂ ਦੇ ਸਨਮੁਖ ਕਰਨਾ ਚਾਹਾਂਗਾ ਕਿ ਤੁਹਾਡੀ ਜਿਹੜੀ ਸ਼ਾਇਰੀ ਦਾ ਸਫ਼ਰ ਆ ਉਹ ਕਦੋਂ ਤੋਂ ਸ਼ੁਰੂ ਹੋਇਆ? ਮੇਰੀ ਸ਼ਾਇਰੀ ਦਾ ਸਫ਼ਰ ਆਨੰਦਪੁਰੀ ਜੀ, ਮੈਂ ਤਾਂ ਜਿਸ ਤਰ੍ਹਾਂ ਮੈਂ ਜਦੋਂ ਬਚਪਨ 'ਚ ਮੇਰਾ ਪਿੰਡ ਪੱਤੜ ਕਲਾਂ, ਉੱਥੇ ਜਦੋਂ ਮੈਂ ਜੋ ਉਸ ਦਾ ਮਾਹੌਲ ਸੀ ਉਸ ਪਿੰਡ ਦਾ, ਵੈਸੇ ਤਾਂ ਹਰੇਕ ਪਿੰਡ ਦਾ ਇਹੋ ਜਿਹਾ ਮਾਹੌਲ ਹੁੰਦਾ ਕਿ ਉੱਥੇ ਇੰਨਾ ਸੰਗੀਤ ਔਰ ਇੰਨੀ ਸ਼ਾਇਰੀ ਸੀ। ਜਿਸ ਤਰ੍ਹਾਂ ਬੋੜਾਂ ਥੱਲੇ ਉਹ ਸ਼ਮਲਿਆਂ ਵਾਲੇ ਗਵੰਤਰੀਆਂ ਨੇ, ਤੁੰਬੇ ਵਾਲੇ, ਅਲਗੋਜ਼ਿਆਂ ਦੀ ਜੋੜੀ ਵਾਲੇ, ਉਹਨਾਂ ਨੇ ਗੇੜੀ ਬੰਨ੍ਹ ਕੇ ਗਾਉਣਾ ਅਤੇ ਅਸੀਂ ਪਿੰਡ ਦੇ ਮੁੰਡਿਆਂ ਨੇ ਬਸ ਉਹਨਾਂ ਦੇ ਆਲੇ ਦੁਆਲੇ ਬੈਠੇ ਹੋਣਾ ਔਰ ਇੱਕ ਤਰ੍ਹਾਂ ਆਪਣੇ ਗੇੜੇ ਨਾਲ ਇੱਕ ਤਰ੍ਹਾਂ ਸਾਰੇ ਕਾਇਨਾਤ ਨੂੰ ਘੁਮਾ ਦਿੰਦੇ ਸੀ। ਇੱਦਾਂ ਹੀ ਪਿੰਡ 'ਚ ਰਾਸਾਂ ਪੈਣੀਆਂ, ਰਾਸਧਾਰੀਏ ਆਉਣੇ, ਕਦੀ ਢਾਡੀ ਆਉਣੇ। ਮੈਂ ਅਮਰ ਸਿੰਘ ਸ਼ੌਂਕੀ ਢਾਡੀ ਨੂੰ ਆਪਣੇ ਪਿੰਡ ਸੁਣਿਆ ਹੋਇਆ, ਤਾਂ ਮੈਨੂੰ ਅਜੇ ਵੀ ਉਹਦੀ ਜਿਹੜੀ ਅਸਮਾਨਾਂ ਵੱਲ ਜਾਂਦੀ ਆਵਾਜ਼ ਅਤੇ ਉਹਦਾ ਸੋਨੇ ਦਾ ਦੰਦ ਲਿਸ਼ਕਦਾ ਅੱਜ ਵੀ ਯਾਦ ਆ ਮੈਨੂੰ। ਸੋ ਉਹ ਇੱਕ ਤਰ੍ਹਾਂ ਮੇਰਾ ਸ਼ਾਇਰੀ ਨਾਲ ਮੇਰੇ ਪਿਆਰ ਦਾ ਸਫ਼ਰ, ਸ਼ਾਇਰੀ ਪ੍ਰਤੀ ਮੇਰੇ ਸ਼ੌਕ ਦਾ ਸਫ਼ਰ, ਜਾਂ ਗੁਰਦੁਆਰੇ 'ਚੋਂ ਕਦੀ ਕੀਰਤਨ ਦੀ ਆਵਾਜ਼, ਜਾਂ ਪਿੰਡ ਦੇ ਕਿਸੇ ਕੋਠੇ 'ਤੇ ਲੱਗਿਆ ਹੋਇਆ ਸਪੀਕਰ। ਸੋ ਉਹ ਸਾਰੀਆਂ ਚੀਜ਼ਾਂ ਮੇਰੇ ਅੰਦਰ ਇੱਦਾਂ ਹੀ ਘੁਲ ਰਹੀਆਂ ਸੀਗੀਆਂ ਕਿ ਜਿਵੇਂ ਕਿਸੇ ਸਮਝ ਲਓ ਕਿ ਪਾਣੀ ਵਿੱਚ ਸੂਰਜ ਦੀਆਂ ਕਿਰਨਾਂ ਘੁਲ ਰਹੀਆਂ ਹੋਣ। ਤਾਂ ਉੱਥੇ ਮੇਰਾ ਸਫ਼ਰ ਸ਼ੁਰੂ ਹੋ ਗਿਆ ਸੀ। ਤਾਂ ਮੈਂ ਚੌਥੀ ਜਮਾਤ ਤੋਂ ਹੀ ਤੁਕਬੰਦੀ ਕਰਨੀ ਸ਼ੁਰੂ ਕਰਤੀ, ਪਰ ਉਹ ਸਹੀ ਮਾਇਨਿਆਂ 'ਚ ਸ਼ਾਇਰੀ ਦਾ ਨਹੀਂ ਸੀ, ਲੇਕਿਨ ਸ਼ਾਇਰੀ ਦੀ ਉਡੀਕ ਸੀ ਜਾਂ ਸ਼ਾਇਰੀ ਲਈ ਪਾਈਆਂ ਗਈਆਂ ਔਂਸੀਆਂ ਸੀ। ਤਾਂ ਪਰ ਸਹੀ ਮਾਇਨਿਆਂ 'ਚ ਜਦੋਂ ਮੈਂ ਕਾਲਜ 'ਚ ਦਾਖਲ ਹੋਇਆ, ਆਪਣੇ ਰਣਧੀਰ ਕਾਲਜ ਕਪੂਰਥਲਾ 'ਚ, ਤਾਂ ਉਦੋਂ ਮੈਂ ਮਹਿਸੂਸ ਕੀਤਾ ਕਿ ਹੁਣ ਮੇਰੇ ਲਫ਼ਜ਼ਾਂ ਦੇ ਵਿੱਚ ਮੇਰੇ ਅਹਿਸਾਸ ਘੁਲਣੇ ਸ਼ੁਰੂ ਹੋ ਗਏ। ਔਰ ਉਦੋਂ ਹੀ ਪਹਿਲੀ ਵਾਰੀ ਮੇਰੀ ਕਵਿਤਾਵਾਂ ਪ੍ਰੀਤ ਲੜੀ ਵਿੱਚ ਛਪੀਆਂ। ਸਭ ਤੋਂ ਪਹਿਲੀ ਕਵਿਤਾ ਕਿਹੜੀ ਛਪੀ? ਸਭ ਤੋਂ ਪਹਿਲੀ ਕਵਿਤਾ ਮੇਰੀ ਇੱਦਾਂ ਸੀ ਕਿ ਉਹ ਬੜੀਆਂ ਮੁਸ਼ਕਿਲ ਸਤਰਾਂ ਸੀ। ਵੈਸੇ ਉਹ ਮੈਂ ਇੱਕ ਗਾਇਕਾ ਬਾਰੇ ਨਜ਼ਮ ਸੀ, ਜਾਂ ਇੱਕ ਮੇਰਾ ਗੀਤ ਸੀ ਕਿ
ਬਿਫਲ ਸਾਧਨਾ ਸਵਰਦੀ ਅੱਜ ਫਿਰ ਅਸਰ ਵੀ ਹੋਣਾ ਗਾਇਆ ਨਾ ਕੋਈ ਪੱਥਰ ਪਾਣੀ ਕੀਤਾ ਨਾ ਕੋਈ ਦੀਪ ਜਗਾਇਆ। ਤੋ ਇੱਕ ਤਰ੍ਹਾਂ ਉਹ ਆਪਣੀ ਸ਼ਾਇਰੀ ਦੀ ਉਡੀਕ ਸੀ ਕਿ ਮੈਂ ਅਜੇ ਤੱਕ ਇਸ ਕਾਬਲ ਨਹੀਂ ਹੋਇਆ ਕਿ ਮੈਂ ਆਪਣੇ ਰਾਗ ਨਾਲ ਦੀਪ ਜਗਾ ਸਕਾਂ ਜਾਂ ਮੈਂ ਕਿਸੇ ਪੱਥਰ ਨੂੰ ਪਿਘਲਾ ਕੇ ਪਾਣੀ ਕਰ ਸਕਾਂ। ਤੋ ਇਹ ਮੇਰੀਆਂ ਪਹਿਲੀਆਂ ਨਜ਼ਮਾਂ ਵਿੱਚੋਂ ਸੀ। ਸ਼ੁਰੂਆਤ ਜਿਹੜੀ ਐਜੂਕੇਸ਼ਨ ਲਈ ਪ੍ਰਾਇਮਰੀ ਹਾਈ ਅਤੇ ਤੁਸੀਂ ਫਿਰ ਲੁਧਿਆਣੇ ਦੇ ਵਿੱਚ ਆ ਕੇ ਕਿਵੇਂ ਬਸਣਾ ਕੀਤਾ? ਤੁਹਾਡੀ ਲਾਈਫ ਦੇ ਉੱਤੇ ਇੱਕ ਪੰਛੀ ਝਾਤ। ਸੋ ਅਵਤਾਰ ਮੇਰੇ ਪਿੰਡ ਵਿੱਚ ਚੌਥੀ ਜਮਾਤ ਤੱਕ ਸਕੂਲ ਸੀ। ਕਿਹੜਾ ਪਿੰਡ? ਪੱਤਰ ਕਲਾਂ, ਜ਼ਿਲ੍ਹਾ ਜਲੰਧਰ। ਸੋ ਇਹ ਕਪੂਰਥਲਾ, ਕਰਤਾਰਪੁਰ ਅਤੇ ਜਲੰਧਰ ਦੇ ਉਸ ਤ੍ਰਿਕੋਣ ਦੇ ਵਿਚਕਾਰ ਮੇਰਾ ਪਿੰਡ ਹੈ। ਤੋ ਉਸ ਪਿੰਡ ਵਿੱਚ ਉਦੋਂ ਚੌਥੀ ਜਮਾਤ ਤੱਕ ਸਕੂਲ ਸੀ ਅਤੇ ਚੌਥੀ ਤੋਂ ਬਾਅਦ ਮੈਂ ਖਾਲਸਾ ਹਾਈ ਸਕੂਲ ਖਹਿਰਾ ਮੱਝਾ, ਜਿਹੜਾ ਸਾਡੇ ਪਿੰਡ ਤੋਂ ਕੋਈ 3-4 ਕਿਲੋਮੀਟਰ 'ਤੇ ਸੀਗਾ। ਰੇਤਾ ਹੁੰਦਾ ਸੀ ਔਰ ਮੂੰਗਫਲੀ ਬੀਜੀ ਹੁੰਦੀ ਸੀ ਉੱਥੇ, ਔਰ ਅਸੀਂ ਉਸ ਪੈਂਡੇ 'ਤੇ ਤੁਰ ਕੇ ਜਾਂਦੇ ਤੁਰ ਕੇ ਆਉਂਦੇ। ਤੋ 10ਵੀਂ ਤੱਕ ਮੈਂ ਖਾਲਸਾ ਹਾਈ ਸਕੂਲ ਖਹਿਰਾ ਮੱਝਾ ਵਿੱਚ ਪੜ੍ਹਿਆ। ਉੱਥੇ ਦੇ ਮੈਨੂੰ 2 ਮਾਸਟਰ ਕਦੇ ਨਹੀਂ ਭੁੱਲਦੇ, ਮਾਸਟਰ ਮਹਿੰਦਰ ਸਿੰਘ ਅਤੇ ਮਾਸਟਰ ਸ਼ੰਕਰ ਦਾਸ। ਤੋ ਸ਼ੰਕਰ ਦਾਸ ਜੀ ਇਸ ਲਈ ਯਾਦ ਨੇ ਕਿ ਉਹਨਾਂ ਨੇ ਬਹੁਤ ਉਹ ਸੀ ਤਾਂ ਪੜ੍ਹਾਉਂਦੇ ਹਿਸਾਬ, ਪਰ ਅਸੀਂ ਕਹਿਣਾ ਸਰ ਅੱਜ ਸਾਡਾ ਪੜ੍ਹਨ ਨੂੰ ਜੀਅ ਨਹੀਂ ਕਰਦਾ, ਸਾਨੂੰ ਕੋਈ ਕਹਾਣੀ ਸੁਣਾਓ। ਉਹਨਾਂ ਨੇ ਬਹੁਤ ਲੰਮੀਆਂ ਸਾਨੂੰ ਬਾਤਾਂ, ਉਹਨੇ ਕਹਿਣਾ ਦਰਵਾਜ਼ਾ ਬੰਦ ਕਰ ਦਿਓ ਅਤੇ ਬਾਤਾਂ ਸੁਣਾਉਣੀਆਂ ਸ਼ੁਰੂ ਕਰ ਦੇਣੇ। ਇਹਦਾ ਮਹਿੰਦਰ ਸਿੰਘ ਜਿਹੜੇ ਸੀ ਉਹ ਹਾਰਮੋਨੀਅਮ ਲੈ ਕੇ ਉਹਨੇ ਕਹਿਣਾ ਮੈਨੂੰ ਮੇਰੇ ਨਾਲ ਆ ਜਾ, ਅਤੇ ਨਾਲ ਕਹਿਣਾ ਤੂੰ ਮੇਰੇ ਨਾਲ ਗਾ, ਕੋਈ ਗੁਰਪੁਰਬ ਆਉਣਾ ਤਾਂ ਉਹਨਾਂ ਦੇ ਕੋਲ ਬੈਠ ਕੇ ਮੈਂ ਨਾਲ ਗਾਉਣਾ। ਤੋ ਉਹ ਸਕੂਲ ਦਾ ਵੀ ਮੇਰੀ ਜ਼ਿੰਦਗੀ 'ਚ ਬਹੁਤ ਮੈਨੂੰ ਬਣਾਉਣ 'ਚ ਬਹੁਤ ਹੱਥ ਹੈ। ਉਸ ਤੋਂ ਬਾਅਦ ਮੈਂ ਰਣਧੀਰ ਕਾਲਜ ਕਪੂਰਥਲਾ ਵੀ ਦਾਖਲ ਹੋਇਆ, ਜਿੱਥੇ ਮੈਂ ਸਮਝੋ ਕਿ ਮੈਨੂੰ ਪਹਿਲੀ ਵਾਰੀ ਮੇਰੀ ਪੜ੍ਹਨ ਦੀ ਪਿਆਸ ਪੂਰੀ ਹੋਈ ਕਿ ਮੇਰੇ ਪਿੰਡ 'ਚ ਬਹੁਤ ਥੋੜ੍ਹੀਆਂ ਕਿਤਾਬਾਂ ਸੀ, ਘਰ 'ਚ ਉਹ ਮੁੱਕ ਗਈਆਂ ਸੀ ਬਹੁਤ ਜਲਦੀ। ਸਕੂਲ 'ਚ ਵੀ ਕੋਈ ਲਾਇਬ੍ਰੇਰੀ ਨਹੀਂ ਸੀ, ਲੇਕਿਨ ਉਸ ਕਾਲਜ 'ਚ ਬਹੁਤ ਵੱਡੀ ਲਾਇਬ੍ਰੇਰੀ ਸੀ ਜਿੱਥੋਂ ਮੈਂ ਸਾਰੀਆਂ ਕਵਿਤਾ ਦੀਆਂ ਕਿਤਾਬਾਂ, ਮੈਂ ਇੱਕ ਕਿਤਾਬ ਲੈ ਜਾਣੀ, ਉਹਨੂੰ ਪੜ੍ਹ ਕੇ ਮੋੜ ਜਾਣਾ। ਤੋ ਇੱਕ ਤਰ੍ਹਾਂ ਜਿਵੇਂ ਮੈਂ ਯੁੱਗਾਂ ਦਾ ਪਿਆਸਾ ਸੀ ਕਵਿਤਾ ਦਾ। ਤੋ ਉੱਥੇ ਮੈਂ ਕਵਿਤਾਵਾਂ ਪੜ੍ਹੀਆਂ ਔਰ ਉੱਥੇ ਮੈਨੂੰ 2 ਅਧਿਆਪਕ ਡਾਕਟਰ ਸੁਰਜੀਤ ਸਿੰਘ ਸੇਠੀ ਅਤੇ ਉਹਨਾਂ ਦੀ ਜੀਵਨ ਸਾਥਣ ਪ੍ਰੋਫੈਸਰ ਮਨੋਹਰ ਕੌਰ ਅਰਪਨ, ਉਹਨਾਂ ਨੇ ਮੈਨੂੰ ਬਹੁਤ ਬੱਚਿਆਂ ਵਾਂਗ ਪਿਆਰ ਦਿੱਤਾ ਔਰ ਬਹੁਤ ਉਤਸ਼ਾਹ ਦਿੱਤਾ। ਔਰ ਮੈਨੂੰ ਸ਼ਾਇਦ ਉਹ ਹਰ ਹਫਤੇ ਬਾਅਦ ਸਾਡੀ ਇੱਕ ਮਹਿਫਲ ਕਰਦੇ, ਅਸੀਂ ਆਪਣੀਆਂ ਨਜ਼ਮਾਂ ਪੜ੍ਹਦੇ, ਉਹਦੇ ਵਿੱਚੋਂ ਸਾਨੂੰ ਦੱਸਦੇ ਕੀ ਚੰਗਾ ਕੀ ਮਾੜਾ। ਸੋ ਉਹ ਕਪੂਰਥਲਾ ਵੀ ਮੇਰੇ ਲਈ ਇੱਕ ਤੀਰਥ ਸਥਾਨ ਦੇ ਬਰਾਬਰ ਹੈ ਕਿ ਜਿੱਥੇ ਮੈਨੂੰ ਇਹੋ ਜਿਹੀ ਵਿੱਦਿਆ ਮਿਲੀ। ਰੋਲ ਮਾਡਲ ਮੇਰੀ ਜ਼ਿੰਦਗੀ 'ਚ ਮੈਂ ਜੇ ਸਮਝਾਂ ਕਿ ਉਹ ਜ਼ਿੰਦਗੀ 'ਚ ਇੱਦਾਂ ਹੋਇਆ ਕਿ ਮੈਂ ਜਦੋਂ ਸਕੂਲ 'ਚ ਪੜ੍ਹਦਾ ਸੀ ਅਤੇ ਮੈਂ ਕਿਹਾ ਮੈਂ ਗਿਆਨੀ ਪਾਸ ਕਰਨੀ ਆ ਅਤੇ ਮੈਂ ਗਿਆਨੀ ਟੀਚਰ ਲੱਗਣਾ। ਉਦੋਂ ਗਿਆਨੀ ਟੀਚਰ ਹੀ ਮੇਰਾ ਮਾਡਲ ਸੀ। ਤੋ ਫਿਰ ਮੈਂ ਜਦੋਂ ਕਾਲਜ 'ਚ ਦਾਖਲ ਹੋਇਆ ਅਤੇ ਮੇਰੇ ਲਈ ਉਹ ਮੇਰੇ ਟੀਚਰ ਜਿਹੜੇ ਸਾਹਿਤਕਾਰ ਸੀ ਉਹ ਮੇਰਾ ਰੋਲ ਮਾਡਲ ਬਣ ਗਏ। ਲੇਕਿਨ ਜਦੋਂ ਮੈਂ ਕਪੂਰਥਲੇ ਕਾਲਜ ਤੋਂ ਗ੍ਰੈਜੂਏਸ਼ਨ ਕਰਕੇ ਫਿਰ ਮੈਂ MA ਕਰਨ ਲਈ ਪਟਿਆਲੇ ਗਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਮੈਂ MA ਪੰਜਾਬੀ ਕੀਤੀ। ਤੋ ਉੱਥੇ ਮੇਰਾ ਰੋਲ ਮਾਡਲ ਬਹੁਤ, ਜਿੱਦਾਂ ਤੁਸੀਂ ਜਿੰਨਾ ਅੱਗੇ ਚੱਲਦੇ ਆ ਤੁਹਾਡਾ ਓਨਾ ਹੀ ਤੁਹਾਨੂੰ ਮੰਜ਼ਿਲ ਹੋਰ ਦੂਰ ਲੱਗਣ ਲੱਗ ਪੈਂਦੀ ਹੈ। ਤੋ ਉੱਥੇ ਮੇਰੇ ਰੋਲ ਮਾਡਲ ਹੋਰ ਬਦਲੇ। ਤੋ ਮੈਂ ਦੁਨੀਆ ਦੇ ਸਾਹਿਤ ਤੋਂ ਵਾਕਿਫ ਹੋਇਆ, ਜਿਹੜਾ ਕਿ ਸਮਝ ਲਓ ਕਿ ਜੋ ਵੀ ਦੁਨੀਆ 'ਚ ਲਿਖਿਆ ਜਾ ਰਿਹਾ ਸੀ ਉਸ ਤੋਂ ਮੈਨੂੰ ਵਾਕਿਫ ਕੀਤਾ ਮੇਰੇ ਦੋਸਤਾਂ ਨੇ, ਮੇਰੇ ਅਧਿਆਪਕਾਂ ਨੇ। ਤੋ ਪਟਿਆਲੇ ਦੇ ਮੇਰੇ ਦਿਨ ਵੀ ਜਿਹੜੇ ਆ ਉਹ ਵੀ ਮੇਰੇ ਲਈ ਜਿੱਦਾਂ ਜਿਹੜੇ ਮੈਨੂੰ ਬਣਾਉਣ ਵਾਲੇ ਦਿਨ ਸੀ, ਜਿਹੜੇ ਮੇਰੇ ਅੰਦਰ ਕਤਰਾ ਜੋੜ ਰਿਹਾ ਸੀ, ਅੱਖਰ ਮੈਨੂੰ ਬਣਾ ਰਿਹਾ ਸੀ। ਸੋ ਮੈਂ ਇਹ 2 ਆਪਣੇ ਵਿੱਦਿਅਕ ਜਿਹੜੇ ਅਦਾਰੇ ਆ ਕਪੂਰਥਲਾ ਕਾਲਜ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹਨਾਂ ਨੂੰ ਮੈਂ ਇੱਕ ਤਰ੍ਹਾਂ ਆਪਣੇ ਦੋਨਾਂ ਨੂੰ ਤੀਰਥ ਸਥਾਨ ਮੰਨਦਾ ਕਿ ਜਿੱਥੇ ਮੈਂ ਬਹੁਤ ਕੁਛ ਸਿੱਖਿਆ। ਪਾਤਰ ਸਾਹਿਬ, ਲਿਖਣ ਦਾ ਜਿਹੜਾ ਸਮਾਂ ਵਾ ਉਹ ਸਬੱਬ ਮਤਲਬ ਕਿਸ ਤਰ੍ਹਾਂ ਜਾਂਦੇ ਲਿਖਦੇ ਹੋ ਜਾਂ ਸਪੈਸ਼ਲ ਸਮਾਂ ਕੱਢਦੇ ਹੋ? ਕਿਉਂਕਿ ਤੁਹਾਡੇ ਲਾਈਫ ਦੇ ਰੁਝੇਵੇਂ ਵੀ ਬਹੁਤ ਨੇ, ਲਿਖਦੇ ਕਿਸ ਤਰੀਕੇ ਦੇ ਨਾਲ, ਕਦੋਂ ਲਿਖਦੇ ਹੋ? ਇਸ ਤਰ੍ਹਾਂ ਮੈਂ ਸਮਝਦਾ ਆਨੰਦਪੁਰੀ ਜੀ ਕਿ ਕਵੀ ਦੇ ਅੰਦਰ ਨਾ 8 ਪੈਰ ਇੱਕ ਠਕ ਤਾਂ ਚੱਲਦੀ ਰਹਿੰਦੀ ਹੈ ਕਿ ਜੋ ਅਸੀਂ ਜ਼ਿੰਦਗੀ 'ਚ ਦੇਖਦੇ ਹਾਂ, ਜੋ ਸੁਣਦੇ ਹਾਂ, ਉਹ
ਸਾਡੇ ਅੰਦਰ ਜਮ੍ਹਾਂ ਹੁੰਦਾ ਰਹਿੰਦਾ। ਉਹ ਹਰ ਵਾਕਿਆ, ਹਰ ਖਬਰ, ਹਰ ਚਿਹਰਾ ਉਹ ਕਵੀ ਦੇ ਅੰਦਰ ਸਮੋਏ ਜਾਂਦੇ ਆ, ਸਮੋਹ ਹੁੰਦੇ ਰਹਿੰਦੇ ਆ। ਲੇਕਿਨ ਉਹ ਕਿਸ ਘੜੀ ਉਹ ਚੀਜ਼ ਕਵਿਤਾ ਬਣੂਗੀ ਇਹ ਕਵੀ ਨੂੰ ਵੀ ਨਹੀਂ ਪਤਾ ਹੁੰਦਾ। ਤੋ ਮੈਂ ਤੁਹਾਨੂੰ ਇੱਕ ਆਪਣੀ ਮੈਨੂੰ ਯਾਦ ਆ ਕਿ ਲੰਡਨ ਸੀਗਾ, ਮੈਂ ਆਪਣੇ ਦੋਸਤ ਸੁਰਿੰਦਰ ਸੀਰਾ ਦੇ ਘਰ ਠਹਿਰਿਆ ਹੋਇਆ, ਅਤੇ ਅਸੀਂ ਰਾਤ ਨੂੰ ਦੋਸਤ ਬੈਠੇ, ਕਿਸੇ ਗੱਲ 'ਤੇ ਬਹਿਸ ਹੋਈ, ਬਹੁਤ ਸਮਝ ਲਓ ਕਿ ਤਿੱਖੀ ਬਹਿਸ ਹੋਈ ਪ੍ਰਵਾਸ ਬਾਰੇ। ਉਦੋਂ ਪੰਜਾਬ ਸੰਤਾਪ ਭੋਗ ਰਿਹਾ ਸੀ ਬਹੁਤ, ਜਾਣੀ ਐਸੇ ਤਰ੍ਹਾਂ ਦੇ ਪੰਜਾਬ ਹੋਇਆ ਪਿਆ ਸੀ, ਜਿਵੇਂ ਮੈਂ ਲਿਖਿਆ ਕਿ ਮਾਤਮ, ਹਿੰਸਾ, ਖੌਫ, ਬੇਬਸੀ ਅਤੇ ਅਨਿਆਂ ਇਹ ਨੇ ਅੱਜ ਕੱਲ੍ਹ ਮੇਰੇ ਪੰਜਾਂ ਦਰਿਆਵਾਂ ਦੇ ਨਾਂ, ਕਿ ਪੰਜਾਬ ਇੱਦਾਂ ਦਾ ਹੋਇਆ ਪਿਆ ਸੀ। ਤਾਂ ਉਸ ਰਾਤ ਅਸੀਂ ਬਹਿਸ ਕਰਦੇ ਵਿਛੜ ਗਏ, ਅਤੇ ਮੈਂ ਵੀ ਸੀਰਾ ਦੇ ਚੁਬਾਰੇ ਵਿੱਚ ਜਾ ਕੇ ਸੌਂ ਗਿਆ। ਲੇਕਿਨ ਵੱਡੇ ਤੜਕੇ ਮੇਰੀ ਨੀਂਦ ਟੁੱਟੀ, ਜਾਗ ਖੁੱਲ੍ਹੀ, ਤਾਂ ਮੈਂ ਇੱਦਾਂ ਮਹਿਸੂਸ ਕੀਤਾ ਕਿ ਮੇਰੇ ਮਨ 'ਤੇ ਕੋਈ ਬੋਝ ਹੈ। ਅਤੇ ਮੈਂ ਉਸ ਸਵੇਰ 3 ਚੀਜ਼ਾਂ ਲਿਖੀਆਂ ਕਿ ਮਾਰੂ ਥਲ 'ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ, ਪਰ ਉੱਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਹਾਂ, ਔਰ ਮੇਰੇ ਲਈ ਜੋ ਤੀਰ ਬਣੇ ਸਨ ਉਹ ਹੋਰ ਕਲੇਜੇ ਲੱਗੇ, ਕਿੰਜ ਸਾਹਿਬਾਂ ਨੂੰ ਆਪਣੀ ਆਖਾਂ ਮੈਂ ਕਿਉਂ ਮਿਰਜ਼ਾ ਸਦਮਾਵਾਂ। ਚੱਲ ਮੁੜ ਚੱਲੀਏ ਇਸ ਸਫ਼ਰ ਤੋਂ ਕੀ ਲੈਣਾ, ਵੀਰਾਨੇ ਅੱਗੇ ਵੀਰਾਨਾ ਛੱਡ ਪਰੇ। ਔਰ ਕਹਿੰਦੇ ਕਿ ਪੰਛੀ ਦਾ ਦਿਲ ਕੰਬੇ ਤੇਰੇ ਹੱਥ ਕੰਬਣ, ਤੇਥੋਂ ਲੱਗਣਾ ਨਹੀਂ ਨਿਸ਼ਾਨਾ ਛੱਡ ਪਰੇ। ਸ਼ਾਇਰ, ਬੱਚਾ, ਫੁੱਲ ਤੇ ਕਵੀ ਇਹ ਬੜੇ ਨਰਮ ਦਿਲ ਹੁੰਦੇ ਆ, ਵੀ ਥੋੜ੍ਹੀ ਜਿਹੀ ਚੀਜ਼ ਵੀ ਇਹਨਾਂ ਨੂੰ ਛੂਹ ਜਾਂਦੀ ਹੈ, ਅਤੇ ਇੱਦਾਂ ਕਦੇ ਕਦੇ ਮਹਿਸੂਸ ਹੁੰਦਾ। ਕਵਿਤਾ ਇੱਕ ਦਰਦ ਜਾਂ ਇੱਕ ਅਨੁਭਵ ਹੋਣ ਦੇ ਨਾਲ ਨਾਲ ਇੱਕ ਕਲਾ ਵੀ ਆ, ਕਿ ਉਹ ਜੇ ਕਲਾ ਨਾ ਹੋਵੇ ਅਸੀਂ ਉਹਨੂੰ ਸਾਂਭ ਨਹੀਂ ਸਕਦੇ। ਜਿਵੇਂ ਅਸੀਂ ਕਹਿੰਦੇ ਕਿ ਕਵੀ 'ਚ ਇੱਕ ਸੁਚੇਤ ਮਨ ਅਤੇ ਇੱਕ ਅਰਧ ਚੇਤਨ ਮਨ, ਉਹ ਦੋਵੇਂ ਰਲ ਕੇ ਕਵਿਤਾ ਲਿਖਦੇ ਆ, ਕਿ ਉਹ ਜੋ ਦੱਬਿਆ ਹੁੰਦਾ ਉਹ ਉੱਪਰ ਉੱਠਦਾ, ਔਰ ਉਹਨੂੰ ਸੁਚੇਤ ਮਨ ਸੰਭਾਲੀ ਜਾਂਦਾ। ਕਿ ਉਹਨਾਂ ਛੱਲਾਂ ਨੂੰ, ਇੱਕ ਪ੍ਰੋਫੈਸਰ ਮੋਹਨ ਸਿੰਘ ਦਾ 2 ਵਾਕ ਨੇ ਕਿ ਉੱਠਦੀਆਂ ਛੱਲਾਂ ਬਣਨ ਨਾ ਗੱਲਾਂ, ਕਿ ਮੇਰੇ ਦਿਲ 'ਚੋਂ ਛੱਲਾਂ ਤਾਂ ਉੱਠਦੀਆਂ ਪਰ ਉਹ ਗੱਲਾਂ ਨਹੀਂ ਬਣਦੀਆਂ। ਸੋ ਪਰ ਕਵੀ ਪ੍ਰੋਫੈਸਰ ਮੋਹਨ ਸਿੰਘ, ਉਹ ਵੀ ਪਲ ਆਉਂਦੇ ਜਦੋਂ ਉਹਦੀਆਂ ਜਿਹੜੀਆਂ ਛੱਲਾਂ ਸੀ ਉਹ ਗੱਲਾਂ ਬਣ ਜਾਂਦੀਆਂ। ਸੋ ਇਹਨਾਂ ਦੋਨਾਂ ਚੀਜ਼ਾਂ 'ਚੋਂ ਹੀ ਕਵਿਤਾ ਹੋਂਦ ਚਾਹੁੰਦੀ। ਪਾਤਰ ਸਾਹਿਬ, ਜਿਸ ਤਰ੍ਹਾਂ ਤੁਸੀਂ ਬੜੀਆਂ ਡੂੰਘਾਈ ਵਾਲੀਆਂ ਗੱਲਾਂ ਇਹ ਦੱਸ ਰਹੇ ਹੋ, ਜਿਸ ਤਰ੍ਹਾਂ ਅੱਜ ਵੀ ਪੰਜਾਬ ਹੈ ਜਿਹੜਾ ਸੰਤਾਪ ਭੋਗ ਰਿਹਾ ਵਾ, ਅਤੇ 84 'ਚ ਵੀ ਸੰਤਾਪ ਹੋ ਗਿਆ, 47 'ਚ ਵੀ ਸੰਤਾਪ ਹੋ ਗਿਆ, ਅੱਜ ਭ੍ਰਿਸ਼ਟਾਚਾਰ, ਅੱਜ ਭਰੂਣ ਹੱਤਿਆ, ਅੱਜ ਰੁੱਖਾਂ ਅਤੇ ਕੁੱਖਾਂ ਦੇ ਬੈਰੀ, ਅੱਜ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਕਦੇ ਇਹਦੇ ਲਈ ਵੀ ਦੁਖਾਂਤ ਮਨ ਦੇ ਵਿੱਚ ਆਇਆ, ਕੁਛ ਐਸਾ ਵੀ ਲਿਖਿਆ ਕਦੇ? ਮੈਂ ਜਦੋਂ ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਂ ਬਾਹਰ ਕੈਨੇਡਾ ਗਿਆ ਹੋਇਆ ਸੀ, ਮੈਨੂੰ ਕਿਸੇ ਨੇ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਆ। ਮੈਨੂੰ ਕੋਈ ਜਵਾਬ ਨਹੀਂ ਆਇਆ, ਕਿ ਮੈਂ ਕਿਹਾ ਤੁਹਾਨੂੰ ਪਤਾ ਹੀ ਆ। ਲੇਕਿਨ ਉਸ ਸ਼ਾਮ ਮੇਰੇ ਮਨ 'ਚ ਆ 3 ਸ਼ੇਰ ਆਏ ਕਿ ਕੀ ਪੁੱਛਦੇ ਹੋ ਹਾਲ ਪੰਜਾਬ ਦਾ, ਉਸ ਸ਼ਰਫ ਦੇ ਸੁਰਖ ਗੁਲਾਬ ਦਾ, ਉਸ ਅੱਧ 'ਚੋਂ ਟੁੱਟੇ ਗੀਤ ਦਾ, ਉਸ ਵਿਛੜੀ ਹੋਈ ਰਬਾਬ ਦਾ। ਉੱਥੇ ਕੁੱਖਾਂ ਹੋਈਆਂ ਕੱਚ ਦੀਆਂ, ਉੱਥੇ ਬੱਚੀਆਂ ਮੁਸ਼ਕਿਲ ਬਚਦੀਆਂ, ਜੋ ਬਚਣ ਉਹ ਅੱਗ ਵਿੱਚ ਮੱਚਦੀਆਂ, ਜੋ ਟੁਕੜਾ ਹੋਏ ਕਬਾਬ ਦਾ। ਕੀ ਪੁੱਛਦੇ ਹੋ ਹਾਲ ਪੰਜਾਬ ਦਾ। ਅਸੀਂ ਖੇਤ ਜੋ ਖੁਸ਼ੀਆਂ ਬੀਜੀਆਂ, ਉਹ ਖੁਦਕਸ਼ੀਆਂ ਬਣ ਉੱਗੀਆਂ। ਇਹ ਮੌਸਮ ਕਿਹੜੇ ਤੌਰ ਦਾ, ਇਹ ਰੁੱਤ ਹੈ ਕਿਹੜੇ ਤੌਰ ਦੀ, ਇਹ ਮੌਸਮ ਕਿਸ ਹਿਸਾਬ ਦਾ। ਤੋ ਇਹ ਤਾਂ ਜਿਹੜੀ ਕਵਿਤਾ ਅਵਤਾਰ ਹੁੰਦੀ ਹੈ ਕਿ ਉਹ ਹਰ ਵੇਲੇ ਇੱਕ ਤਰ੍ਹਾਂ ਉਹ ਕਵੀ ਦੀ ਕਸ਼ੀਦ ਕੀਤੀ ਹੋਈ ਆਤਮ ਕਥਾ ਹੀ ਹੁੰਦੀ ਹੈ। ਅਤੇ ਜਾਨੀ ਜੋ ਕੁਛ ਉਹਨਾਂ ਵਾਪਰਦਾ, ਜਾਂ ਜੋ ਕੁਛ ਉਹਦੀ ਧਰਤੀ ਨਾਲ ਵਾਪਰਦਾ, ਜੋ ਕੁਛ ਉਹਦੇ ਲੋਕਾਂ ਨਾਲ ਵਾਪਰਦਾ, ਉਹ ਸਾਰਾ ਕੁਛ ਹੀ ਕਵਿਤਾ 'ਚ ਆਉਂਦਾ। ਕਿ ਇਹ ਨਹੀਂ ਹੋ ਸਕਦਾ ਕਿ ਕਵੀ ਉਸ ਅੱਗ ਤੋਂ ਬਚਿਆ ਰਵੇ, ਉਹਦੀ ਦੇਸ਼ 'ਚ ਭਾਂਬੜ ਉੱਠ ਰਹੇ ਹੋਣ ਔਰ ਉਹਦੀ ਕਵਿਤਾ 'ਚ ਉਹਦਾ ਪਰਛਾਵਾਂ ਨਾ ਪਵੇ। ਇਹ ਕਦੀ ਨਹੀਂ ਹੁੰਦਾ। ਕਿ ਜਿਸ ਤਰ੍ਹਾਂ ਤੁਸੀਂ ਪੰਜਾਬ ਸੰਤਾਪ ਦੀ ਗੱਲ ਕੀਤੀ ਆ, ਅਤੇ ਉਦੋਂ ਮੈਂ ਸ਼ੇਰ ਲਿਖਿਆ ਜਿਸ ਤਰ੍ਹਾਂ ਕਿ ਡੂੰਘੇ ਵੈਣਾਂ ਦਾ ਕੀ ਮਿਣਨਾ, ਤਖਤ ਦੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ। ਔਰ ਚੋਣ ਨਿਸ਼ਾਨ ਸਿਵਾ ਹੈ ਸਾਡਾ,
ਇਸ ਨੂੰ ਬੁਝਣ ਨਾ ਦੇਈਏ, ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁਝਣ ਨਾ ਦੇਈਏ, ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਚਿਣੀਏ। ਔਰ ਜਿਸ ਦੀ ਡਾਲ ਟੁੱਟੇ ਉਹ ਰੋਂਦਾ, ਬਾਕੀ ਜੰਗਲ ਚੁੱਪ ਹੈ। ਜਿਸ ਦੀ ਡਾਲ ਟੁੱਟੇ ਉਹ ਰੋਂਦਾ, ਬਾਕੀ ਜੰਗਲ ਚੁੱਪ ਹੈ। ਰੋਈ ਨਹੀਂ ਇਸ ਜੰਗਲ ਨੂੰ, ਤੂੰ ਬਰਸੀ ਨਹੀਂ ਕਿਣਮਣੀ। ਕਿ ਇੱਕ ਜਿਹੜੀ ਉਹ ਜਿੱਥੋਂ ਜਿੱਥੋਂ ਦੀ ਵੀ ਮੇਰੇ ਲੋਕ ਲੰਘੇ, ਪੰਜਾਬ ਲੰਘਿਆ, ਉਹ ਸਾਰੇ ਦੀਆਂ ਪੈੜਾਂ ਸਾਡੇ ਸਾਰੇ ਕਵੀਆਂ ਦੀ ਕਵਿਤਾ ਵਿੱਚ ਅਸੀਂ ਦੇਖ ਸਕਦੇ ਹਾਂ। ਤਲਵਾਰ ਤੋਂ ਜ਼ਿਆਦਾ ਤਾਕਤ ਜਿਹੜੀ ਕਲਮ ਦੇ ਵਿੱਚ ਹੁੰਦੀ ਆ। ਅੱਜ ਪੰਜਾਬ ਦੀ ਧਰਤੀ ਦੇ ਉੱਤੇ 6ਵਾਂ ਦਰਿਆ, ਆਪਾਂ ਕਹਿੰਦੇ ਹਾਂ 5 ਦਰਿਆਵਾਂ ਦੀ ਧਰਤੀ ਪੰਜਾਬ, 6ਵਾਂ ਦਰਿਆ ਨਸ਼ਿਆਂ ਦਾ ਵੀ ਇੱਕ ਵਹਿਣ ਜਿਹੜਾ ਵਹਿ ਰਿਹਾ, ਇਸ ਦੇ ਪ੍ਰਤੀ ਵੀ ਪੂਰੀ ਪੰਜਾਬੀਅਤ, ਪੰਜਾਬੀ ਚਿੰਤਤ ਨੇ। ਕਦੇ ਅਜਿਹਾ ਕੋਈ ਕਹਿਣਾ ਚਾਹੋਗੇ, ਕੁਛ ਐਸੀ ਕਦੇ ਕੋਈ ਨਜ਼ਮ ਆਈ ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਐਸਾ ਨਿਸ਼ਾਨਾ? ਜੀ ਅਵਤਾਰ, ਮੈਂ ਸਮਝਦਾ ਕਿ ਜਿਸ ਤਰ੍ਹਾਂ ਜਿਹੜੀ ਪੰਜਾਬ ਦੀ ਇਹ ਹਾਲਤ ਹੋਈ ਆ, ਉਹਦੇ ਵਿੱਚ ਜਿਹੜੀ ਸਾਡੀ ਰਾਜਨੀਤੀ ਆ ਉਹਦਾ ਬਹੁਤ ਵੱਡਾ ਦਖਲ ਹੈ। ਜੇ ਸਾਡੀ ਰਾਜਨੀਤੀ ਭ੍ਰਿਸ਼ਟ ਨਾ ਹੁੰਦੀ, ਜੇ ਸਾਡੀ ਅਫਸਰਸ਼ਾਹੀ ਹੈਂਕੜਬਾਜ਼ ਨਾ ਹੁੰਦੀ, ਤਾਂ ਪੰਜਾਬ ਬਹੁਤ ਹੋਰ ਤਰ੍ਹਾਂ ਦਾ ਹੁੰਦਾ। ਕਿ ਅਸੀਂ ਰੋਜ਼ ਦੇਖਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਜਿੱਦਾਂ ਹੁਣ ਜੋ ਲੋਕ ਕਦੋਂ ਭ੍ਰਿਸ਼ਟ ਹੁੰਦੇ ਆ, ਜਦੋਂ ਸੋਮਿਆਂ ਦਾ ਪਾਣੀ ਗੰਧਲਾ ਹੋ ਜਾਂਦਾ, ਕਿ ਉੱਪਰੋਂ ਵੀ ਪਾਣੀ ਗੰਧਲਾ ਆਉਂਦਾ। ਮੇਰੀ ਕਵਿਤਾ ਸੀ ਕਿ ਗੰਗਾ ਮੈਲੀ ਕਰ ਦਿਓ, ਸਤਲੁਜ ਨੂੰ ਗੰਧਲਾ ਕਰ ਦਿਓ, ਚਿਹਰੇ ਖੁਦ ਮਰ ਜਾਣਗੇ, ਹਰ ਸ਼ੀਸ਼ਾ ਧੁੰਦਲਾ ਕਰ ਦਿਓ। ਗੰਗਾ ਮੈਲੀ ਕਰ ਦਿਓ, ਸਤਲੁਜ ਨੂੰ ਗੰਧਲਾ ਕਰ ਦਿਓ, ਚਿਹਰੇ ਖੁਦ ਮਰ ਜਾਣਗੇ, ਹਰ ਸ਼ੀਸ਼ਾ ਧੁੰਦਲਾ ਕਰ ਦਿਓ। ਔਰ ਕਹਿੰਦਾ ਕਿ ਵੱਧ ਰਿਹਾ ਹੈ ਸ਼ੋਰ ਮਜ਼ਲੂਮਾਂ ਦੀ ਚੀਕ ਪੁਕਾਰ ਦਾ, ਤਖਤ ਅਦਲੀ ਰਾਜੇ ਦਾ ਕੁਛ ਹੋਰ ਉੱਚਾ ਕਰ ਦਿਓ। ਕਿ ਇਸ ਜੋ ਭ੍ਰਿਸ਼ਟ ਰਾਜਨੀਤੀ ਦੇ ਕਾਰਨ ਹੀ ਸਾਡੇ ਨੌਜਵਾਨ ਨਿਰਾਸ਼ਾ ਵਿੱਚ ਡੁੱਬੇ, ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ। ਉਹਨਾਂ ਦੀਆਂ ਸ਼ਾਮਾਂ, ਉਹਨਾਂ ਦੀਆਂ ਜਿਹੜੀਆਂ ਪਿੰਡਾਂ ਦੀਆਂ ਸ਼ਾਮਾਂ ਸੀ, ਉਹ ਬਿਲਕੁਲ ਨੀਰਸ ਹੋ ਗਈਆਂ। ਕਿ ਪਿੰਡਾਂ ਕੋਲ ਜਿਹੜੇ ਸਾਡੇ ਪੁਰਾਣੇ ਸਾਧਨ ਸੀ ਕਿ ਰਾਸਾਂ ਦੇ, ਗਵਈਆਂ ਦੇ, ਉਹ ਖਤਮ ਹੋ ਗਏ। ਅਤੇ ਟੈਲੀਵਿਜ਼ਨ 'ਤੇ ਵੀ ਇਸ ਗੱਲ ਦਾ ਹੀ, ਟੈਲੀਵਿਜ਼ਨ ਨੂੰ ਦੇਖ ਲਓ ਤਾਂ ਤੁਹਾਨੂੰ ਉੱਥੇ ਕਦੀ ਕੁਛ ਇਹ ਤੋਂ ਇਲਾਵਾ ਕਿ ਇੱਕ ਜਿਸਮਾਂ ਦੇ, ਗਹਿਣਿਆਂ ਦੇ ਗੀਤਾਂ ਤੋਂ ਇਲਾਵਾ ਕੁਛ ਨਹੀਂ ਮਿਲਦਾ। ਕਿ ਉਹ ਸਾਡੀ ਆਤਮਾ ਨੂੰ ਉਚਾਈ ਵੱਲ ਨਹੀਂ ਲੈ ਕੇ ਜਾਂਦੇ, ਉਹ ਸਾਨੂੰ ਕਿਸੇ ਉਚਾਈ ਤੋਂ ਥੱਲੇ ਸੁੱਟਦੇ ਆ। ਹਮੇਸ਼ਾ ਚੜ੍ਹਾਈ ਚੜ੍ਹਨੀ ਮੁਸ਼ਕਿਲ ਹੁੰਦੀ ਆ, ਅਤੇ ਜਿਹੜੀ ਉਤਰਾਣ ਆ ਉਹ ਤਾਂ ਕੋਈ ਪੱਥਰ ਵੀ ਰੇੜ ਦਿਓ ਤਾਂ ਉਹ ਵੀ ਉਤਰਾਣ ਵੱਲ ਆ ਜਾਊਗਾ। ਸੋ ਇਹਨਾਂ ਸਾਰੀਆਂ ਗੱਲਾਂ ਨੇ ਸਾਡੇ ਨੌਜਵਾਨਾਂ ਨੂੰ ਸੁਪਨਿਆਂ ਤੋਂ ਹੀਣ ਕਰ ਦਿੱਤਾ, ਸੁਪਨਿਆਂ ਤੋਂ ਰਹਿਤ ਕਰਤਾ, ਉਹਨਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ। ਔਰ ਉਹਨਾਂ ਕੋਲ ਨਸ਼ੇ ਤੋਂ ਸਿਵਾ ਕੁਛ ਰਿਹਾ ਨਹੀਂ। ਬਿਲਕੁਲ। ਜਦੋਂ ਆਪਾਂ ਗਾਇਕੀ ਦੀ ਗੱਲ ਕਰਦੇ ਹਾਂ ਜੀ, ਜਾਂ TV ਦੀ ਗੱਲ ਕਰਦੇ ਹਾਂ, ਨੰਗੇਜ਼ ਵੀ ਸਾਹਮਣੇ ਆ ਰਿਹਾ, ਜਿਹੜਾ ਕਿ ਅੱਗੇ ਆਪਾਂ ਚੁੰਨੀ ਫੁਲਕਾਰੀ ਲਹਿੰਗੇ ਦੀ ਗੱਲ ਹੁੰਦੀ ਸੀ, ਇੰਝ ਨਹੀਂ ਲੱਗਦਾ ਵੀ ਹੁਣ ਸਾਰਾ ਇਹ ਅਲੋਪ ਹੁੰਦਾ ਜਾ ਰਿਹਾ? ਉਹਦਾ ਕਾਰਨ ਇਹ ਹੈ ਕਿ ਉਦੋਂ ਇੱਕ ਵੇਲੇ ਗਾਉਣਾ ਇਬਾਦਤ ਸੀ, ਕਿ ਇਬਾਦਤ ਕਰਨ ਵਾਸਤੇ, ਕਿ ਬੰਦਾ ਗਾਉਂਦਾ ਸਮਝ ਲਓ ਕਿ ਉਹ ਇਬਾਦਤ ਕਰ ਰਿਹਾ। ਲੇਕਿਨ ਹੁਣ ਇਸ ਵੇਲੇ ਵਪਾਰ ਆ, ਇਹ ਸਾਰਾ ਕੁਝ ਵਪਾਰੀਆਂ ਦੇ ਹੱਥ ਵਿੱਚ ਆ ਗਿਆ। ਕਿ ਵਪਾਰੀ ਜਿਹਨੂੰ ਚਾਹਣਗੇ ਉਹੋ ਹੀ ਗਾਊਗਾ, ਔਰ ਜੋ ਚਾਹਣਗੇ ਉਹੀ ਗਾਊਗਾ। ਕਿ ਚੰਗੇ ਤੋਂ ਚੰਗੇ ਸਿੰਗਰ ਵੀ ਚੁੱਪ ਕਰਕੇ ਬੈਠ ਗਏ, ਜਾਂ ਕੋਈ ਜਗਰਾਤੇ ਗਾਉਣ ਲੱਗ ਗਏ, ਕਿ ਉਹ ਯੋਗ ਹੈ ਕਿ ਉਹਨਾਂ ਨੂੰ ਤਿਆਰ ਹੀ ਨਹੀਂ ਲੈਣ ਲਈ। ਜਾਂ ਜੇ ਲੈਣ ਨੂੰ ਤਿਆਰ, ਉਹ ਕਹਿੰਦੇ ਵੀ ਇਹ ਤੁਸੀਂ ਜੇ ਕੋਈ ਕਵੇ ਕਿ ਮੈਂ ਆਹ ਚੀਜ਼ ਗਾਉਣੀ, ਨਹੀਂ ਜੀ ਇਹ ਨਾ ਗਾਓ, ਇਹ ਤਾਂ ਕੋਈ ਚੱਲਦਾ ਨਹੀਂ। ਕਿ ਇੱਕ ਵਪਾਰੀਆਂ ਦੇ ਹੱਥਾਂ 'ਚ ਕਿ ਵਪਾਰੀਆਂ ਨੂੰ ਫਿਕਰ ਹਮੇਸ਼ਾ ਆਪਣੇ ਪੈਸੇ ਦਾ ਹੁੰਦਾ, ਉਹਨੂੰ ਕਿਸੇ ਰਾਜ ਦੇ ਸੱਭਿਆਚਾਰ ਦਾ, ਕਿਸੇ ਲੋਕਾਂ ਦੀਆਂ ਕਦਰਾਂ ਕੀਮਤਾਂ ਦਾ ਨਹੀਂ ਹੁੰਦਾ। ਔਰ ਨੰਗੇਜ਼ ਨਾਲ ਲੋਕਾਂ ਨੂੰ ਖਿੱਚਣਾ ਬਹੁਤ ਆਸਾਨ ਆ, ਕਲਾ ਨਾਲ ਖਿੱਚਣਾ ਬਹੁਤ ਮੁਸ਼ਕਿਲ ਹੈ। ਕਲਾ ਨਾਲ ਖਿੱਚਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਨੰਗੇਜ਼ ਨਾਲ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਕਿਉਂਕਿ ਨੰਗੇਜ਼ ਤਾਂ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲਊਗਾ। ਔਰ ਉਹ ਇਸ ਕਰਕੇ ਹੈ ਕਿ ਉਹਨਾਂ ਨੂੰ ਨੰਗੇਜ਼ ਦਾ ਉਹਨਾਂ ਨੇ ਇੱਕ ਆਸਰਾ ਲੈ ਲਿਆ ਕਿ ਨੰਗੇਜ਼ ਬਹੁਤ ਸੌਖੀ ਚੀਜ਼ ਹੈ ਲੋਕਾਂ ਨੂੰ ਖਿੱਚਣ ਦਾ। ਸੋ ਇਸ ਵਪਾਰੀਆਂ ਨੇ ਸਭ ਕੁਛ ਸਮਝੋ ਕਿ ਸੇਲ 'ਤੇ ਲਾ ਦਿੱਤਾ। ਲਿਖਣ ਦੇ ਨਾਲ ਤੁਸੀਂ ਗਾ ਵੀ ਬਹੁਤ ਅੱਛਾ ਲੈਂਦੇ ਹੋ। ਗਾਇਕੀ ਦੇ ਵਿੱਚ ਕਿਸ ਨੂੰ ਰੋਲ ਮਾਡਲ ਮੰਨਦੇ ਹੋ, ਜਾਂ ਗਾਇਕੀ ਦਾ ਜਿਹੜਾ ਸਫ਼ਰ ਆ ਉਹ ਵੀ ਤੁਹਾਡਾ ਜਾਣਨਾ ਚਾਹਾਂਗੇ ਕਿ ਤੁਸੀਂ ਨਾਲ ਦੀ ਨਾਲ ਜਿਹੜਾ ਗਾਉਂਦੇ ਹੋ ਅਤੇ ਗਲਾ ਅਤੇ ਗਰਾਰੀ ਤੁਹਾਡੇ ਗਲੇ ਦੇ ਅੰਦਰ ਹੈ, ਉਹਦੇ ਬਾਰੇ ਥੋੜ੍ਹੀ ਜਾਣਕਾਰੀ ਵੀ ਦਿਓਗੇ?
ਅਵਤਾਰ ਮੈਂ ਵੈਸੇ ਸ਼ੁਰੂ ਜੋ ਮੈਂ ਦੱਸ ਰਿਹਾ ਬਚਪਨ 'ਚ ਮੈਨੂੰ ਸਾਜ਼ ਬਹੁਤ ਖਿੱਚ ਪਾਉਂਦੇ ਸੀਗੇ ਕਿ ਮੈਂ ਘਰਦਿਆਂ ਨੂੰ ਕਹਿਣਾ ਮੈਨੂੰ ਹਾਰਮੋਨੀਅਮ ਲੈ ਦਿਓ, ਮੈਨੂੰ ਬੈਂਜੋ ਲੈ ਦਿਓ, ਅਤੇ ਉਹਨੇ ਕਹਿਣਾ ਤੂੰ ਅਜੇ ਛੋਟਾ, ਅਤੇ ਮੈਨੂੰ ਕਿਸੇ ਨੇ ਕੁਛ ਲੈ ਕੇ ਨਹੀਂ ਦਿੱਤਾ। ਤੋ ਹੁਣ ਚਿਰ ਨੂੰ ਮੈਂ ਵੱਡਾ ਹੋ ਗਿਆ, ਕਾਲਜ ਚਲਾ ਗਿਆ, ਅਤੇ ਮੈਂ ਕਵੀ ਬਣਨਾ ਇਹ ਸੀ ਕਿ ਉੱਥੇ ਕਾਗਜ਼ ਕਲਮ ਨਾਲ ਤੁਸੀਂ ਕਵੀ ਬਣ ਜਾਂਦੇ ਆ। ਤੋ ਮੇਰੇ ਮਨ 'ਚ ਫਿਰ ਉੱਥੇ ਮੈਂ ਸੀ ਕਿ ਮੈਂ ਸੰਗੀਤ ਦਾ ਮਜ਼ਮੂਨ ਪੜ੍ਹਾਂ ਕਾਲਜ 'ਚ, ਉਹ ਵੀ ਉਦੋਂ ਮੁੰਡਿਆਂ ਲਈ ਸੰਗੀਤ ਦਾ ਮਜ਼ਮੂਨ ਹੀ ਹੈ ਨਹੀਂ ਸੀਗਾ। ਤੋ ਇਸ ਲਈ ਮੈਂ ਸੰਗੀਤ ਕਦੀ ਸਿੱਖ ਨਹੀਂ ਸਕਿਆ, ਪਰ ਸੰਗੀਤ ਮੇਰਾ ਬਹੁਤ ਵੱਡਾ ਸ਼ੌਕ ਸੀ ਔਰ ਸੰਗੀਤ ਮੈਂ ਬਹੁਤ ਸੁਣਿਆ ਬਹੁਤ ਆ। ਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸ਼ੁਰੂ 'ਚ ਪਿੰਡ ਵਿੱਚ ਵੀ ਉਹ ਗਵਈਏ ਗਮੰਤਰੀ ਉਹ ਸੁਣਨੇ, ਫਿਰ ਮੈਂ ਕੀਰਤਨ ਸੁਣਨਾ। ਫਿਰ ਉਸ ਤੋਂ ਬਾਅਦ ਇਹ ਹੋਇਆ ਕਿ ਮਹਿਦੀ ਹਸਨ, ਗੁਲਾਮ ਅਲੀ, ਜਗਜੀਤ ਸਿੰਘ, ਇਹ ਮੇਰੇ ਕੋਲ ਬਹੁਤ ਮੇਰੇ ਕੋਲ LP ਹੁੰਦੇ ਸੀਗੇ, ਅਤੇ ਉਦੋਂ ਵੱਡੇ ਵੱਡੇ ਜਿਹੜੇ LP ਆਉਣੇ। ਤਾਂ ਮੇਰਾ ਜਾਣੀ ਕੰਮ ਹਾਂ, ਜਦੋਂ ਮੇਰਾ ਅਜੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਮੇਰਾ ਘਰ ਉਹ ਤਵਿਆਂ ਨਾਲ ਭਰਿਆ ਹੁੰਦਾ ਸੀ ਕਿ ਬਹੁਤ ਮੈਂ ਸੰਗੀਤ ਸੁਣਿਆ। ਫਿਰ ਦੂਸਰਾ ਸ਼ਾਸਤਰੀ ਸੰਗੀਤ ਵੀ ਸੁਣਿਆ। ਆਂਟੀ ਨੇ ਫਿਰ ਤਵਾ ਪਰਾਤ ਵਾਲਾ ਹਾਂ ਮੈਂ ਲਿਖਿਆ ਵੀ ਉਹ ਅੱਖਾਂ ਵਿਚਲੇ ਚੰਨ ਸੂਰਜ ਫਿਰ ਬਣ ਗਏ ਤਵਾ ਪਰਾਤ ਮੀਆਂ, ਖੂਹ ਗਿੜਦਾ ਹੈ ਦਿਨ ਰਾਤ ਮੀਆਂ, ਟਿੰਡਾਂ ਅੰਧਕਾਰ 'ਚੋਂ ਉੱਭਰਦੀਆਂ ਟਿੰਡਾਂ 'ਚੋਂ ਕਿਰੇ ਪ੍ਰਭਾਤ ਮੀਆਂ। ਤੋ ਸੋ ਉਸ ਸੁਣਨ ਕਰਕੇ ਮੇਰੇ ਮਨ 'ਚ ਸੰਗੀਤ ਵਸਿਆ ਹੋਇਆ। ਪਾਤਰ ਸਾਹਿਬ, ਇਸ ਸ਼ਾਇਰੀ ਨੇ ਸੁਰਜੀਤ ਪਾਤਰ ਨੂੰ ਬਹੁਤ ਵੱਡੇ ਮਾਣ ਸਨਮਾਨ ਦਿੱਤੇ, ਰਾਸ਼ਟਰਪਤੀ ਅਵਾਰਡ, ਸਰਸਵਤੀ ਅਵਾਰਡ, ਪਦਮ ਸ਼੍ਰੀ ਅਵਾਰਡ, ਅਤੇ ਕਿੰਨੇ ਮਾਣ ਸਨਮਾਨ ਜਿੰਨੇ ਮਿਲੇ ਨੇ, ਕੀ ਮਹਿਸੂਸ ਕਰ ਰਹੇ ਹੋ ਅਤੇ ਆਉਣ ਵਾਲੇ ਸਮੇਂ 'ਚ ਤੁਹਾਡਾ ਹੋਰ ਸ਼ਾਇਰੀ ਪ੍ਰਤੀ ਟੀਚਾ ਕੀ ਹੈ? ਅਵਤਾਰ ਇਸ ਤਰ੍ਹਾਂ ਕਿ ਮੈਨੂੰ ਤੁਹਾਨੂੰ ਹਰ ਬੰਦੇ ਨੂੰ ਪੁਰਸਕਾਰ ਜਾਂ ਤੁਹਾਨੂੰ ਕੋਈ ਵਡਿਆਈ ਦਾ ਫਿਕਰਾ ਵੀ ਕਵੇ ਇੱਕ ਬੋਲੇ ਤਾਂ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਹਾਡੀ ਪ੍ਰਸ਼ੰਸਾ ਹੋ ਰਹੀ ਹੈ। ਹਰ ਸ਼ਖਸ ਨੂੰ ਪੁਰਸਕਾਰ ਚੰਗੇ ਲੱਗਦੇ ਆ, ਪਰ ਕੋਈ ਵੀ ਲੇਖਕ ਪੁਰਸਕਾਰਾਂ ਦੀ ਖਾਤਰ ਨਹੀਂ ਲਿਖਦਾ ਕਿ ਪੁਰਸਕਾਰ ਉਹ ਜੇ ਉਹਨੂੰ ਪੁਰਸਕਾਰ ਨਾ ਵੀ ਮਿਲਣ ਤਾਂ ਵੀ ਉਹਨੇ ਲਿਖਣਾ ਹੀ ਸੀਗਾ ਔਰ ਲਿਖਦੇ ਹੀ ਰਹਿਣਾ ਸੀਗਾ। ਤੋ ਮੈਨੂੰ ਇਹ ਆ ਕਿ ਜਿਹੜੀ ਕਵੀ ਨੂੰ ਤਸੱਲੀ ਹੁੰਦੀ ਆ ਕਿ ਜ਼ਰੂਰ ਪੁਰਸਕਾਰ ਤੁਹਾਨੂੰ ਇੱਕ ਰੌਸ਼ਨੀ 'ਚ ਲੈ ਕੇ ਆਉਂਦੇ ਆ, ਤੁਹਾਨੂੰ ਤੁਹਾਡੇ ਅਖਬਾਰਾਂ 'ਚ ਚਰਚਾ ਹੁੰਦਾ, ਲੇਕਿਨ ਇੱਕ ਕਵੀ ਨੂੰ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਜਦੋਂ ਉਹਨੂੰ ਕੋਈ ਆਮ ਲੋਕਾਂ ਦੇ ਮਨਾਂ 'ਚ ਉਹਦੀ ਪੋਇਟਰੀ ਦੀ ਉਹਦੀ ਕਵਿਤਾ ਦੀ ਜਗ੍ਹਾ ਬਣੇ, ਜਾਂ ਉਹਦੀ ਕਵਿਤਾ ਆਪਣੀ ਧਰਤੀ ਦੇ ਦੁੱਖਾਂ ਸੁੱਖਾਂ 'ਚ ਕੰਮ ਆਵੇ। ਜਦੋਂ ਮੈਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਤਾਂ ਮੈਂ ਉਦੋਂ ਹੀ ਇੱਕ ਸ਼ੇਰ ਲਿਖਿਆ। ਮੈਂ ਲਿਖਿਆ ਕਿ ਅੰਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ, ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ। ਕਿ ਉਹ ਜਿਹੜੀ ਤੁਹਾਡੇ ਮਨ 'ਚ ਇੱਕ ਇਹ ਇੱਛਾ ਹੁੰਦੀ ਕਿ ਤੁਹਾਡੇ ਲੋਕ ਤੁਹਾਨੂੰ ਪਿਆਰ ਕਰ, ਨਹੀਂ ਤਾਂ ਜਿਹੜੇ ਪੁਰਸਕਾਰ ਹੁੰਦੇ ਉਹ ਹਵਾ ਵਿੱਚ ਗੁੰਬਦ ਵਾਂਗ ਰਹਿ ਜਾਂਦੇ ਆ, ਉਹਨਾਂ ਗੁੰਬਦਾਂ ਨੂੰ ਦੀਵਾਰਾਂ ਨਹੀਂ ਮਿਲਦੀਆਂ ਕਿੱਥੇ ਉਹ ਟਿਕਣ, ਉਹ ਗੁੰਬਦ ਥੱਲੇ ਡਿੱਗ ਪੈਂਦੇ ਆ। ਸੋ ਮੈਂ ਸਮਝਦਾ ਕਿ ਕਿਸੇ ਵੀ ਕਵੀ ਲਈ, ਕਿਸੇ ਕਲਾਕਾਰ, ਕਿਸੇ ਗਾਇਕ ਲਈ, ਕਿਸੇ ਨਾਵਲਕਾਰ ਲਈ ਸਭ ਤੋਂ ਵੱਡਾ ਸਨਮਾਨ ਇਹੀ ਹੁੰਦਾ ਕਿ ਉਹਨੂੰ ਪੜ੍ਹਨ ਵਾਲੇ, ਉਹਨੂੰ ਸੁਣਨ ਵਾਲੇ ਉਹਨੂੰ ਪਿਆਰ ਕਰਨ। ਸ਼ਾਇਰੀ ਤੋਂ ਇਲਾਵਾ ਹੋਰ ਵੀ ਕੋਈ ਸਾਹਿਤਕ ਚੀਜ਼ਾਂ ਕੋਈ ਲਿਖੀਆਂ ਜਾਂ ਕਿੰਨੀਆਂ ਕਿਤਾਬਾਂ ਲਿਖੀਆਂ ਅੱਜ ਤੱਕ ਤੁਸੀਂ? ਮੈਂ ਅਵਤਾਰ ਸ਼ਾਇਰੀ ਤੋਂ ਇਲਾਵਾ 2 ਕੰਮ ਕੀਤੇ। ਇੱਕ ਤਾਂ ਮੈਂ ਨਾਟਕ, ਮੇਰਾ ਬਹੁਤ ਵੱਡਾ ਸ਼ੌਕ ਹੈ, ਪਰ ਨਾਟਕ ਮੈਂ ਆਪਣਾ ਕੋਈ ਲਿਖਿਆ ਨਹੀਂ, ਲੇਕਿਨ ਮੈਂ ਦੁਨੀਆ ਦੇ ਬਹੁਤ ਮਸ਼ਹੂਰ ਨਾਟਕਾਂ ਦਾ ਅੰਗਰੇਜ਼ੀ ਰਾਹੀਂ ਪੰਜਾਬੀ 'ਚ ਉਹਦਾ ਰੂਪਾਂਤਰਣ ਕੀਤਾ। ਯਾਨੀ ਉਹ ਅਨੁਵਾਦ ਨਹੀਂ ਹੈਗਾ ਕਿ ਉਹ 'ਚ ਮੈਂ ਕਰੈਕਟਰਾਂ ਦੇ ਨਾਂ ਵੀ ਬਦਲਤੇ। ਜੇ ਉੱਥੇ ਲਿਓਨਾਰਡੋ ਸੀ, ਪੰਜਾਬੀ 'ਚ ਮੈਂ ਉਹਨੂੰ ਲੈਂਬਰ ਕਰਤਾ। ਤੋ ਉਹ ਮੇਰੇ ਅੱਗ ਦੇ ਕਲੀਰੇ, ਹੁਕਮੀ ਦੀ ਹਵੇਲੀ, ਸਈਓ ਨੀ ਮੈਂ ਅੰਤਹੀਨ ਤਰਕਾਲਾਂ, ਜਾਂ ਸ਼ਹਿਰ ਮੇਰੇ ਦੀ ਪਾਗਲ ਔਰਤ, ਜਾਂ ਇੱਛਾਧਾਰੀ, ਇੱਦਾਂ ਦੇ ਮੈਂ ਕੁਛ ਰੂਪਾਂਤਰਣ ਕੀਤੇ ਆ। ਸੋ ਉਹ ਮੇਰਾ ਬੜਾ ਸ਼ੌਕ, ਜਦੋਂ ਮੈਂ ਕੁਛ ਲਿਖ ਨਹੀਂ ਰਿਹਾ ਹੁੰਦਾ ਮੌਲਿਕ ਤਾਂ ਮੈਂ ਅਨੁਵਾਦ ਕਰਦਾ ਅਤੇ ਉਹ ਮੈਨੂੰ ਅੱਧਾ ਕੁ ਕ੍ਰੀਏਸ਼ਨ ਦਾ ਸੁੱਖ ਦੇ ਦਿੰਦੇ ਆ। ਔਰ ਉਹ ਤੋਂ ਇਲਾਵਾ ਮੈਂ ਵਾਰਤਕ ਲਿਖੀ ਆ। ਮੇਰੀ ਕਿਤਾਬ ਹੈ ਸੂਰਜ ਮੰਦਰ ਦੀਆਂ ਪੌੜੀਆਂ, ਉਹ 'ਚ ਮੈਂ ਕੁਛ ਆਪਣੀਆਂ ਯਾਦਾਂ, ਕੁਛ ਆਪਣੀਆਂ ਯਾਤਰਾਵਾਂ, ਕੁਛ ਆਪਣੀ ਕਵਿਤਾ ਦੀਆਂ ਦੇ ਸੋਮੇ ਉਹਨਾਂ ਬਾਰੇ ਜ਼ਿਕਰ ਕੀਤਾ। ਜਿੰਨੀਆਂ ਕਿਤਾਬਾਂ ਲਿਖੀਆਂ ਨੇ, ਕੋਈ ਭਾਸ਼ਾ ਵਿਭਾਗ ਵੱਲੋਂ ਕੋਈ ਰਿਲੀਜ਼ ਹੋਈ, ਉਹਨਾਂ ਨੇ ਕੋਈ ਭਾਸ਼ਾ ਵਿਭਾਗ ਵਿੱਚ ਵੀ ਲੱਗੀ? ਜਿਸ ਤਰ੍ਹਾਂ ਮੇਰੀ ਕਿਤਾਬ ਸੀਗੀ ਹਨੇਰੇ ਵੇ ਸੁਲਗਦੀ ਵਰਣਮਾਲਾ,
ਉਹਨੂੰ ਸਾਹਿਤ ਅਕੈਡਮੀ ਵੱਲੋਂ ਪੁਰਸਕਾਰ ਮਿਲਿਆ। ਲਫ਼ਜ਼ਾਂ ਦੀ ਦਰਗਾਹ ਨੂੰ ਸਰਸਵਤੀ ਸਨਮਾਨ ਮਿਲਿਆ। ਤੋ ਉਹ ਬਾਕੀ ਵੱਡੀ ਗੱਲ ਇਹ ਆ ਕਿ ਜਿਸ ਤਰ੍ਹਾਂ ਮੈਂ ਹਵਾ ਵਿੱਚ ਲਿਖੀ ਹਰਫ ਮੇਰੀ ਪਹਿਲੀ ਕਿਤਾਬ ਸੀ ਅਤੇ ਉਹ ਕਾਫੀ ਉਹਦੇ ਐਡੀਸ਼ਨ ਛਪੇ। ਜਿੰਨਾ ਸਮਾਂ ਆਪਾਂ ਕਵਿਤਾ ਦੀ ਗੱਲ ਕਰਦੇ ਹਾਂ ਜਾਂ ਇਤਿਹਾਸ ਦੀ, ਤੁਹਾਨੂੰ ਪੜ੍ਹਨਾ ਵੀ ਬਹੁਤ ਪੈਂਦਾ ਅਤੇ ਲਿਖਣਾ ਵੀ ਬਹੁਤ ਪੈਂਦਾ, ਅਤੇ ਕਿਸ ਸਮੇਂ ਪੜ੍ਹਾਈ ਦਾ ਜਿਹੜਾ ਸਮਾਂ ਕਿ ਉਹ ਤੁਸੀਂ ਨਾਲ ਦੀ ਨਾਲ ਜਿੱਥੇ ਜੋਬ ਜਾਂਦੇ ਹੋ ਫਤਿਹਗੜ੍ਹ ਸਾਹਿਬ, ਕਿਹੜੇ ਕਾਲਜ ਦੇ ਵਿੱਚੋਂ? ਉੱਥੇ ਮੈਂ ਅੱਜ ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਹਾਂ ਬਤੌਰ ਪ੍ਰੋਫੈਸਰ ਆਫ ਐਮੀਨੈਂਸ। ਅਤੇ ਸੋ ਇੱਦਾਂ ਹੁੰਦਾ ਕਿ ਮੇਰੀ ਅਸਲ 'ਚ ਗੱਲ ਇਹ ਆ ਕਿ ਮੇਰੀ ਜ਼ਿੰਦਗੀ ਦਾ ਜੋ ਸ਼ੌਕ ਸੀ ਅਤੇ ਜੋ ਮੇਰੀ ਨੌਕਰੀ ਸੀ ਉਹਨਾਂ 'ਚ ਕੋਈ ਫ਼ਰਕ ਨਹੀਂ ਸੀ ਕਿ ਜੇ ਮੈਂ ਨੌਕਰੀ ਨਾ ਵੀ ਕਰਦਾ ਹੁੰਦਾ ਤਾਂ ਵੀ ਮੈਂ ਪੜ੍ਹਨਾ ਸੀ, ਤਾਂ ਵੀ ਕਿਤਾਬਾਂ ਹੀ ਮੇਰੀ ਜ਼ਿੰਦਗੀ ਹੋਣੀਆਂ ਸੀ। ਹੁਣ ਮੈਂ ਜੇ ਇੱਥੇ ਵੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਨੌਕਰੀ ਕੀਤੀ 32 ਸਾਲ, ਤਾਂ ਇੱਥੇ ਵੀ ਮੇਰਾ ਕੰਮ ਕਿਤਾਬਾਂ ਨਾਲ ਹੀ ਸੀ। ਸੋ ਇਹ ਸ਼ਬਦ ਅੱਖਰ ਕਿਤਾਬਾਂ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਨੇ। ਜਿਵੇਂ ਕਹਿੰਦੇ ਵੀ ਕਿਸੇ ਨੂੰ ਕੀ ਪਤਾ ਮੱਛੀਆਂ ਕਿਸ ਵੇਲੇ ਪਾਣੀ ਪੀਂਦੀਆਂ, ਤੋ ਇਸ ਸ਼ਬਦਾਂ ਦੇ ਸਮੁੰਦਰ 'ਚ ਰਹਿੰਦਿਆਂ ਮੈਂ ਕਦੀ ਕਵਿਤਾ ਲਿਖ ਲੈਣਾ, ਕਦੇ ਮੈਂ ਪੜ੍ਹਾਉਣ ਲੱਗ ਪੈਣਾ, ਕਦੇ ਮੈਂ ਵਾਰਤਕ ਲਿਖਣ ਲੱਗ ਪੈਣਾ। ਸੋ ਇੱਕ ਨਿਰੰਤਰ ਕਿਰਿਆ ਚੱਲਦੀ ਰਹਿੰਦੀ। ਅਤੇ ਜਿਸ ਤਰ੍ਹਾਂ ਤੁਸੀਂ ਇੰਨਾ ਸਾਰਾ ਕੁਛ ਕਰ ਰਹੇ ਹੋ, ਪੜ੍ਹਦੇ ਹੋ ਜਾਂ ਕੋਈ ਡਿਸਟਰਬ ਕਰਦਾ ਜਾਂ ਕਦੇ ਆਂਟੀ ਜੀ ਨੂੰ ਵੀ ਇੱਦਾਂ ਦੀ ਖਜਾਲਤ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਵੀ ਹੁਣ ਸੌਂ ਵੀ ਜਾਓ ਬਹੁਤ ਸਮਾਂ ਹੋ ਗਿਆ? ਇੱਦਾਂ ਆ ਮੇਰੀ ਜੀਵਨ ਸਾਥਣ ਭੁਪਿੰਦਰ, ਸੋ ਇਸ ਗੱਲੋਂ ਬਹੁਤ ਮੈਂ ਖੁਸ਼ਕਿਸਮਤ ਹਾਂ ਕਿ ਉਹ ਇਹੋ ਜਿਹੀ ਸੁਆਣੀ ਆ ਕਿ ਮੈਂ ਸਮਝਦਾ ਕਿ ਉਹ ਬਹੁਤ ਹੀ ਨਰਮ ਸੁਭਾਅ ਦੀ ਮਾਲਕ ਹੈ। ਔਰ ਦੂਜੀ ਗੱਲ ਹੈ ਕਿ ਉਹਨੂੰ ਖੁਦ ਬਹੁਤ ਸ਼ੌਕ ਹੈ ਸੰਗੀਤ ਦਾ, ਤਾਂ ਉਹ ਖੁਦ ਗਜ਼ਲਾਂ ਦਾ ਗਾਇਨ ਵੀ ਕਰਦੀ ਹੈ। ਤੋ ਸੋ ਇਸ ਲਈ ਉਹਨੂੰ ਕਦੀ ਓਪਰਾ ਨਹੀਂ ਲੱਗਾ ਮੇਰਾ ਪੜ੍ਹਨਾ ਲਿਖਣਾ, ਜਾਂ ਇਸ ਗੱਲ ਤੋਂ ਸਾਡੇ ਕਦੀ ਨਹੀਂ ਝਗੜਾ ਹੋਇਆ ਕਿ ਤੁਸੀਂ ਕਿਤਾਬਾਂ 'ਚ ਬਹੁਤ ਖੁੱਬੇ ਰਹਿੰਦੇ ਹੋ ਜਾਂ ਤੁਸੀਂ ਲਿਖਣ 'ਚ ਖੁੱਬੇ ਰਹਿੰਦੇ ਹੋ, ਅਤੇ ਇਸ ਗੱਲੋਂ ਮੈਂ ਖੁਸ਼ਕਿਸਮਤ। ਜਿਸ ਤਰ੍ਹਾਂ ਗਜ਼ਲ, ਗਾਇਕੀ, ਗੀਤ, ਕਵਿਤਾ, ਖੁੱਲ੍ਹੀ ਕਵਿਤਾ, ਕਿੱਦਾਂ ਦਾ ਇਹਦੇ 'ਚ ਡਿਫਰੈਂਟ? ਇਹੋ ਸਾਰੇ ਇੱਦਾਂ ਹੀ ਚੀਜ਼ਾਂ ਨੇ ਜਿਵੇਂ ਆਪਾਂ ਕਹਿੰਦੇ ਕੁਦਰਤ 'ਚ ਕੋਈ ਗੁਲਾਬ ਹੈ, ਕੋਈ ਕਮਲ ਹੈ, ਕੋਈ ਸਤਬਰਗ ਹੈ। ਤੋ ਜਿੱਦਾਂ ਹੁਣ ਗਜ਼ਲ ਔਰ ਗੀਤ ਔਰ ਇਹਨਾਂ 'ਚ ਫ਼ਰਕ ਹੈਗਾ। ਜਿਵੇਂ ਆਪਾਂ ਕਹਿੰਦੇ ਕਿ ਜਿਹੜੀ ਗਜ਼ਲ ਹੈ ਉਹ 'ਚ ਤਾਂ ਜਿਵੇਂ ਜਿਹੜੇ ਸਾਰੇ ਸ਼ੇਅਰ ਹੈ ਉਹ ਵੱਖਰੀ ਦਿਸ਼ਾ ਵੱਲ ਵੀ ਜਾ ਸਕਦੇ ਆ, ਔਰ ਗੀਤ ਅਸੀਂ ਕਹਿੰਦੇ ਕਿ ਇੱਕ ਨੁਕਤੇ ਦੁਆਲੇ ਘੁੰਮਦਾ। ਨਜ਼ਮ ਵੀ ਕਿਤਿਓਂ ਸ਼ੁਰੂ ਹੁੰਦੀ ਹੈ, ਕਿਤੇ ਖ਼ਤਮ ਹੁੰਦੀ ਹੈ। ਲੇਕਿਨ ਗਜ਼ਲ 'ਚ ਆਪਾਂ ਇਹ ਮੰਨਦੇ ਹਾਂ ਕਿ ਗਜ਼ਲ ਦੇ ਸ਼ੇਰ ਜੇ ਇੱਕ ਰਾਜਨੀਤੀ ਬਾਰੇ ਆ, ਦੂਸਰਾ ਪਿਆਰ ਬਾਰੇ ਆ, ਤੀਸਰਾ ਵਿਦੇਸ਼ ਬਾਰੇ ਆ, ਕਿ ਗਜ਼ਲਾਂ ਸਾਰੇ ਫਾਰਮ 'ਚ ਥੋੜ੍ਹਾ ਫ਼ਰਕ ਹੈ। ਤਾਂ ਮੈਂ ਸਮਝਦਾ ਕਿ ਜਦੋਂ ਅਸੀਂ ਲਿਖਦੇ ਹਾਂ ਤਾਂ ਅਸੀਂ ਇਸ ਗੱਲ ਦਾ ਸੁਚੇਤ ਫੈਸਲਾ ਨਹੀਂ ਕਰਦੇ ਕਿ ਮੈਂ ਹੁਣ ਕੀ ਲਿਖਣਾ, ਕਿ ਉਹ ਜੋ ਤੁਹਾਡੀ ਭਾਵਨਾ ਜਾਂ ਜੋ ਤੁਹਾਡੇ ਜਜ਼ਬਾਤ ਨੇ ਉਹ ਇੱਕ ਰੂਪ ਲੈ ਕੇ ਹੀ ਆਉਂਦੇ। ਪਾਤਰ ਸਾਹਿਬ, ਜਿਸ ਤਰ੍ਹਾਂ ਪਰਿਵਾਰ ਦੀ ਗੱਲ ਕੀਤੀ, ਪਰਿਵਾਰ ਬਾਰੇ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਕਿ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਆ, ਪਰਿਵਾਰ ਦਾ ਕਿੱਦਾਂ ਦਾ ਸਹਿਯੋਗ ਆ? ਤਾਰ ਇਸ ਤਰ੍ਹਾਂ ਕਿ ਇੱਥੇ ਹੁਣ ਮੇਰਾ ਪਿੰਡ ਤੈਨੂੰ ਮੈਂ ਜਿਵੇਂ ਕੀਤਾ ਸੀ ਕਿ ਪੱਤੜ ਕਲਾਂ, ਉੱਥੇ ਪਰਿਵਾਰ ਇੱਕ ਇੱਦਾਂ ਸੀ ਕਿ ਮੇਰੇ ਤਾਇਆ ਜੀ ਦਾ ਪਰਿਵਾਰ, ਚਾਚਾ ਜੀ ਦਾ ਪਰਿਵਾਰ, ਅਸੀਂ ਸਾਰੇ ਇਕੱਠੇ ਰਹਿੰਦੇ ਸੀ। ਪਰ ਫਿਰ ਸਮਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਮਾਂ ਆਪਣਾ ਇੱਕ ਦਿਸ਼ਾ ਚੱਲਦਾ, ਔਰ ਹੁਣ ਅਸੀਂ ਲੁਧਿਆਣੇ ਆ। ਲੁਧਿਆਣੇ ਆਉਣ ਦਾ ਸਬੱਬ ਕਿੱਦਾਂ? ਲੁਧਿਆਣੇ ਮੈਂ ਅਸਲ 'ਚ ਤਾਂ ਨੌਕਰੀ ਮੈਨੂੰ ਲੈ ਕੇ ਆਈ ਕਿ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ 1972 'ਚ ਇੱਥੇ ਪ੍ਰੋਫੈਸਰ ਮੋਹਨ ਸਿੰਘ ਹੁੰਦੇ ਸੀਗੇ ਜਿਨ੍ਹਾਂ ਦੇ ਨਾਂ 'ਤੇ ਮੇਲਾ ਵੀ ਲੱਗਦਾ, ਅਤੇ ਉਹ ਇੱਥੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਐਮੈਰੀਟਸ ਸੀ। ਉਹ ਹੀ ਮੈਨੂੰ ਇੱਥੇ ਲੈ ਕੇ ਆਏ ਸੀ ਕਿ ਤੂੰ ਮੇਰੇ ਕੋਲ ਆ ਜਾ। ਤਾਂ ਇਹ ਮੈਨੂੰ ਸਤੰਬਰ 1972 'ਚ ਮੈਨੂੰ ਯਾਦ ਆ ਕਿ ਮੈਂ PAU ਵਿੱਚ ਆ ਗਿਆ, ਔਰ ਫਿਰ ਇੱਥੇ ਹੀ ਘਰ ਬਣਾਇਆ, ਇੱਥੇ ਹੀ ਵਿਆਹ ਹੋਇਆ, ਇੱਥੇ ਹੀ ਬੱਚੇ ਹੋਏ। ਸੋ ਹੁਣ ਯਾਨੀ ਅਸੀਂ ਇਸ ਘਰ ਵਿੱਚ ਭੁਪਿੰਦਰ ਮੇਰੀ ਜੀਵਨ ਸਾਥਣ, ਅਤੇ ਮੇਰਾ ਬੇਟਾ ਅੰਕੁਰ ਸਿੰਘ, ਮਨਰਾਜ ਸਿੰਘ,
2 बेटे। अंकुर सिंह ਵਿਆਹ ਹੋਇਆ तो ਉਹ ਅੱਜ ਕੱਲ੍ਹ ਆਸਟ੍ਰੇਲੀਆ ਇੱਕ ਸਾਲ ਲਈ ਅਸੀਂ ਗਿਆ ਪ੍ਰੋਜੈਕਟ 'ਤੇ ਗਿਆ ਹੋਇਆ। तो दूसरा बेटा ਮਨਰਾਜ ਸਿੰਘ ਉਹ ਸਾਡੇ ਕੋਲ ਹੀ ਆ, ਉਹ ਕਾਲਜ 'ਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਣ ਦਾ, ਬਾਹਰ ਮੁਲਕਾਂ ਦੇ ਵਿੱਚ ਬਾਹਰਲੇ ਮੁਲਕਾਂ 'ਚ ਜਾਣ ਦਾ ਵੀ ਮੌਕਾ ਮਿਲਿਆ ਅਤੇ ਉੱਥੇ ਵੀ ਪੰਜਾਬੀਆਂ ਨੇ ਬੜਾ ਮਾਣ ਸਨਮਾਨ ਦਿੱਤਾ ਹੈਗਾ। ਕਿਹੜੇ ਕਿਹੜੇ ਮੁਲਕ? ਹਾਂ, ਮੈਂ ਜਿਸ ਤਰ੍ਹਾਂ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ, ਸਮਝ ਲਓ ਕਿ ਬਰਤਾਨੀਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਗਿਆ। ਔਰ ਕੁਛ ਉੱਥੇ ਵੀ ਜਿੱਥੇ ਕੋਈ ਪੰਜਾਬੀ ਮੈਨੂੰ ਨਹੀਂ ਮਿਲਿਆ, ਜਿਵੇਂ ਮੈਂ ਚੀਨ ਵੀ ਗਿਆ, ਔਰ ਮੈਂ ਕੋਲੰਬੀਆ ਜਿਹੜਾ ਸਪੈਨਿਸ਼ ਸਪੀਕਿੰਗ ਕੰਟਰੀ ਆ, ਕਿ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਿਉਂਕਿ ਉੱਥੇ ਵਿਸ਼ਵ ਕਵਿਤਾ ਉਤਸਵ ਕਿ ਵਰਲਡ ਪੋਇਟਰੀ ਫੈਸਟੀਵਲ, ਜਿੱਥੇ ਦੁਨੀਆ ਦੇ ਕਵੀ ਇਕੱਠੇ ਹੁੰਦੇ, ਔਰ ਸਾਡੀ ਕਵਿਤਾ ਦਾ ਸਪੈਨਿਸ਼ 'ਚ ਅਨੁਵਾਦ ਹੋਇਆ। ਔਰ ਉੱਥੇ ਮੈਂ ਸਪੈਨਿਸ਼ ਲੋਕਾਂ ਸਾਹਮਣੇ, ਮੈਂ ਤਾਂ ਪੰਜਾਬੀ 'ਚ ਪੜ੍ਹਦਾ ਸੀ, ਲੇਕਿਨ ਜਿਹੜਾ ਮੇਰਾ ਅਨੁਵਾਦਕ ਸੀਗਾ ਉਹਨੇ ਉਹਨੂੰ ਸਪੈਨਿਸ਼ 'ਚ ਪੜ੍ਹ ਕੇ ਸੁਣਾਇਆ। ਸੋ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ, ਜਿਸ ਤਰ੍ਹਾਂ ਜਿੱਥੇ ਪੰਜਾਬੀ ਵੱਸਦੇ ਆ ਉਹਨਾਂ ਦੇ ਮਨ 'ਚ ਬਹੁਤ ਤੜਪ ਹੈ ਪੰਜਾਬੀ ਲਈ, ਔਰ ਬਹੁਤ ਹੀ ਮਾਣ ਆਪਣੇ ਕਲਾਕਾਰਾਂ ਨੂੰ, ਕਵੀਆਂ ਨੂੰ ਦਿੰਦੇ ਆ। ਕਹਿੰਦੇ ਮੁਰਗੇ ਮੱਛੀਆਂ ਸਾਨ ਭਲਵਾਨ ਵੈਲੀ, ਭੋਗ ਦੇ ਮਿਲਾਵਟੀ ਖੁਰਾਕ ਦਾ ਦੁੱਖ ਪੰਜੇ, ਨਾਚਾ ਜੋਤਸ਼ੀ ਵੈਦ ਵਕੀਲ ਪਾਂਡਾ, ਖਾਲੀ ਜੇਬ ਤੋਂ ਮੋੜ ਦੇ ਮੁੱਖ ਪੰਜੇ, ਪਿੱਪਲ ਬੋੜ ਜੰਡੋਰਾ ਤੇ ਤੂਤ ਟਾਹਲੀ, ਜਾਂਦੇ ਜੂਹਾਂ ਤੋਂ ਕੱਟਦੇ ਨੇ ਰੁੱਖ ਪੰਜੇ, ਜਾਂਦੇ ਖੂਹਾਂ ਤੋਂ ਕੱਟਦੇ ਨੇ ਰੁੱਖ ਪੰਜੇ। ਪਾਤਰ ਸਾਹਿਬ, ਅੱਜ ਬਹੁਤ ਇਸ ਗੱਲ ਦਾ ਸਾਨੂੰ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਸਾਡੇ ਰੁੱਖ ਵੀ ਰੁੱਖਾਂ ਦੇ ਵੈਰੀ, ਕੁੱਖਾਂ ਦੇ ਵੈਰੀ। ਪਾਣੀਆਂ ਦੀ ਗੱਲ ਆਪਾਂ ਕੀਤੀ ਆ, ਪੰਜਾਬ ਸਾਰਾ ਚਿੰਤਤ ਹੈ। ਅਤੇ ਮੈਂ ਤੁਹਾਡੇ ਤੋਂ ਜਾਂਦੇ ਜਾਂਦੇ ਇੱਕ ਤੁਹਾਡੀ ਸ਼ਾਇਰੀ ਦੀ ਨਜ਼ਮ ਜਿਹੜੀ ਦਰਸ਼ਕਾਂ ਦੇ ਸਨਮੁਖ ਕਰਾਉਣੀ ਚਾਹੁੰਦੀ, ਤੁਹਾਡੇ ਮਨ ਨੂੰ ਬਹੁਤ ਹੀ ਜ਼ਿਆਦਾ ਸਕੂਨ ਦਿੰਦੀ ਹੋਵੇ, ਬਹੁਤ ਹੀ ਜ਼ਿਆਦਾ ਆਪਦੇ ਆਪ ਨੂੰ ਲੱਗਦੀ ਹੋਵੇ, ਕਿਉਂਕਿ ਵੈਸੇ ਤਾਂ ਹਰ ਇੱਕ ਦੀ ਸ਼ਾਇਰੀ ਜਿਹੜੀ ਆ, ਹਰ ਇੱਕ ਦੇ ਗੀਤ ਜਿਹੜੇ ਨੇ ਆਪਦੇ ਸਾਰੇ ਵਧੀਆ ਹੁੰਦੇ ਨੇ, ਪਰ ਤੁਹਾਡੇ ਮਨ ਨੂੰ ਕਿਹੜੀ ਚੀਜ਼ ਸਕੂਨ ਦਿੰਦੀ, ਉਹਦੇ ਬਾਰੇ 2 ਲਫ਼ਜ਼ ਉਹ ਜ਼ਰੂਰ। ਬਸ ਮੇਰਾ ਇੱਕ ਜਿੱਦਾਂ ਗੀਤ ਆ, ਜਿਹੜਾ ਇੱਕ ਸੁਨੇਹਾ ਹੀ ਆ, ਕਿਉਂਕਿ ਅਸੀਂ ਹੈ ਕਿ ਮੈਂ ਇੱਕ ਜਗ੍ਹਾ ਲਿਖਿਆ ਸੀ ਕਿ ਇਸ 4 ਚੁਫੇਰੇ ਨੂੰ, ਇਸ ਘੋਰ ਹਨੇਰੇ ਨੂੰ ਕੋਸਣ ਤੋਂ ਚੰਗਾ ਹੈ ਇੱਕ ਦੀਪ ਜਗਾ ਦੇਣਾ। ਕਿ ਅਸੀਂ ਬਹੁਤ ਸਾਰੇ ਲੋਕ ਹਨੇਰੇ ਨੂੰ ਗਾਲਾਂ ਕੱਢਦੇ ਰਹਿੰਦੇ, ਲੇਕਿਨ ਆਪਣੇ ਹਿੱਸੇ ਦਾ ਦੀਵਾ ਨਹੀਂ ਅਸੀਂ ਬਾਲਦੇ। ਤੋ ਮੇਰੇ ਗੀਤ 'ਤੇ ਲਾਈਨ ਸੀ ਕਿ ਜਗਾ ਦੇ ਮੋਮਬੱਤੀਆਂ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕਪੱਤੀਆਂ, ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ, ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ, ਬਾਲ ਜੋਤਾਂ ਆਸ ਭਰੀਆਂ ਮਾਣ ਮੱਤੀਆਂ, ਉੱਠ ਜਗਾ ਦੇ ਮੋਮਬੱਤੀ। ਜਾਂਦੇ ਜਾਂਦੇ ਦਰਸ਼ਕਾਂ ਨੂੰ ਸੁਨੇਹਾ ਕਿੱਦਾਂ ਦਾ ਦਿਓਗੇ? ਪੰਜਾਬੀ ਕਈ ਵਾਰੀ ਇੱਦਾਂ ਲੱਗਦਾ ਕਿ ਜਿਵੇਂ ਜੋ ਗੁਰੂ ਸਾਹਿਬ ਨੇ ਕਿਹਾ ਸੀ ਕਿ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਏ, ਕਿ ਪੰਜਾਬੀ ਹਮੇਸ਼ਾ ਸੱਚੇ ਪਾਤਸ਼ਾਹ ਦੇ ਅੱਗੇ ਝੁਕਦੇ ਆ, ਝੂਠੇ ਪਾਤਸ਼ਾਹਾਂ ਦੇ ਅੱਗੇ ਨਹੀਂ ਝੁਕਦੇ। ਕਿ ਸਾਨੂੰ ਇੱਕ ਉਹ ਆਪਣੀ ਸ਼ਾਨ ਵੀ ਕਾਇਮ ਰੱਖਣੀ ਚਾਹੀਦੀ ਆ ਕਿ ਅਸੀਂ ਆਪਣੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ, ਆਪਣੀ ਆਨ ਸ਼ਾਨ ਲਈ ਸੰਘਰਸ਼ ਕਰੀਏ, ਨਾ ਕਿ ਅਸੀਂ ਨਿੱਕੇ ਨਿੱਕੇ ਲਾਲਚਾਂ ਲਈ ਜਾਂ ਦੌਲਤ ਲਈ ਜਾਂ ਸ਼ਕਤੀ ਲਈ ਅਸੀਂ ਉਸ ਉੱਚੇ ਨਾਮ ਤੋਂ ਗਿਰ ਜਾਈਏ। ਤੋ ਇਹੀ ਮੇਰਾ ਸੰਦੇਸ਼ ਹੈ ਕਿ ਅਸੀਂ ਇਸ ਤਰ੍ਹਾਂ ਜੀਏ ਕਿ ਲੋਕ ਸਾਨੂੰ ਪੁੱਛਣ ਕਿ ਇਹ ਕਿਹਨਾਂ ਦੇ ਧੀਆਂ ਪੁੱਤਰ ਨੇ, ਇਹਨਾਂ ਦੇ ਗੁਰੂ ਕੌਣ ਨੇ, ਇਹ ਲੋਕ ਜੋ ਇਸ ਤਰ੍ਹਾਂ ਜੀ ਰਹੇ ਨੇ। ਪਾਤਰ ਸਾਹਿਬ, ਜਗ ਪੰਜਾਬੀ ਦੀ ਪੂਰੀ ਟੀਮ ਵੱਲੋਂ ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਕੋਟਨ ਕੋਟ ਧੰਨਵਾਦ। ਮੇਰੇ ਵੱਲੋਂ ਵੀ ਜਗ ਪੰਜਾਬੀ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ, ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਦਿਲੀ ਪਿਆਰ, ਸਤਿਕਾਰ। ਜੋ ਵਿਦੇਸਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ, ਕੁਛ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ, ਜੇ ਹਵਾਏ ਰਹੀ ਕਬਰਾਂ ਉੱਤੇ ਤੱਕੀ, ਸਭ ਘਰਾਂ 'ਚ ਵੀ ਦੀਵੇ ਬੁਝ ਰਹਿਣਗੇ।